ਇਹ ਤੁਹਾਨੂੰ ਅਸੀਂ ਮਹਾਰਾਜ ਦੀ ਜਿਹੜੀ ਲਿਖਤ ਹੈ ਵੀ 10ਵੇਂ ਮਹਾਰਾਜ ਕਿਵੇਂ ਲਿਖਿਆ ਕਰਦੇ ਸੀਗੇ ਤੇ ਉਹ ਮੈਂ ਤੁਹਾਨੂੰ ਦਰਸ਼ਨ ਕਰਵਾਵਾਂਗਾ ਜੀ। ਤੇ ਇਹ ਦੇਖੋ ਜੀ, ਆਹ ਲਿਖਤ ਹੈ ਜੀ ਮਹਾਰਾਜ ਦੀ। ਤੇ ਇਹ ਜਿਹੜਾ ਇਹ ਪਹਿਲਾ ਪੰਨਾ ਹੈ ਜੀ, ਇਹ ਇਸ ਪੋਥੀ ਦਾ ਇਹ ਪਹਿਲਾ ਪੰਨਾ ਹੈ। ਤੇ ਪਹਿਲਾ ਪੰਨਾ ਹੂ ਬਹੂ ਜਿਵੇਂ ਮਹਾਰਾਜ ਨੇ ਲਿਖਿਆ ਸੀਗਾ ਆਪਦੀ ਲਿਖਤ ਵਿੱਚ ਉਵੇਂ ਹੀ ਰੱਖਿਆ ਹੈ ਜੀ, ਉਵੇਂ ਹੀ ਬਿਲਕੁਲ ਕਾਪੀ ਉਹਨੂੰ ਨਕਲ ਕੀਤੀ ਗਈ ਹੈ ਕਿ ਮਹਾਰਾਜ ਜੀ ਦੇ ਨਕਲ ਦੀ ਜਿਹੜੀ ਉਤਾਰਿਆ ਉਹਦੀ ਨਕਲ ਹੈ। ਜਿਵੇਂ ਆ ਇੱਥੇ ਖਾਲੀ ਜਗ੍ਹਾ ਦੇਖਦੇ ਹੋ ਤੇ ਜਿੱਦਾਂ ਮਹਾਰਾਜ ਨੇ ਜਿੰਨੀਆਂ ਖਾਲੀ ਜਗ੍ਹਾਵਾਂ ਛੱਡੀਆਂ ਉਸੇ ਤਰੀਕੇ ਨਾਲ ਉਹੀ ਅੱਖਰ 19 ਬਾਣੀ ਇਸ ਅੰਗ ਤੇ ਪਾਈ ਹੈ ਜੀ। ਤੇ ਅੱਗੋਂ ਫਿਰ ਬਾਣੀ ਜਿਵੇਂ ਚੱਲਦੀ ਹੈ ਲੜੀਵਾਰ ਉਹ ਚੱਲੀ ਜਾਂਦੀ ਹੈ ਜੀ। 10ਵੇਂ ਪਾਤਸ਼ਾਹ ਇਹ ਉਹਨਾਂ ਦੀ ਜਿਹੜੀ ਲਿਖਣ ਸ਼ੈਲੀ ਸੀ ਉਹ ਇਸ ਤਰ੍ਹਾਂ ਦੀ ਸੀ, ਮਹਾਰਾਜ ਐਵੇਂ ਲਿਖਿਆ ਕਰਦੇ ਸੀ। ਭਾਈ ਕਾਹਨ ਸਿੰਘ ਨਾਭਾ ਜੀ ਮਹਾਨ ਕੋਸ਼ 'ਚ ਵੀ ਲਿਖਦੇ ਵੀ ਤੀਰ ਨਾਲ ਲਿਖੇ ਹੋਏ ਅੱਖਰ ਦੱਸਦੇ ਨੇ, ਤੀਰ ਨਾਲ, ਪਰ ਅਸਲ ਦੇ ਵਿੱਚ ਇਹ ਕਲਮ ਹੋਇਆ ਕਰਦੀ ਸੀ ਇਸ ਤਰੀਕੇ ਦੀ ਤੇ ਉਹਦੇ ਅੱਗੇ ਇੱਕ ਨਿੱਬ ਹੋਇਆ ਕਰਦੀ ਸੀ ਤੀਰ ਵਾਂਗੂ, ਇੱਕ ਪੱਤੀ ਚੜ੍ਹਦੀ ਸੀ ਉੱਤੇ ਤਿੱਖੀ ਤੀਰ ਵਾਂਗੂ, ਤੇ ਉਹਦੇ ਨਾਲ ਲਿਖਿਆ ਕਰਦੇ ਸੀ ਮਹਾਰਾਜ। ਤੇ ਉਹ ਪਾਉਂਟਾ ਸਾਹਿਬ ਅੱਜ ਵੀ ਕਲਮਾਂ ਮੌਜੂਦ ਨੇ, ਤੁਸੀਂ ਕਿਤੇ ਜਾਓ ਤਾਂ ਤੁਹਾਨੂੰ ਦਰਸ਼ਨ ਹੁੰਦੇ ਨੇ। ਇਹ ਪੁਰਾਣੇ ਵੇਲੇ ਸਿੰਘ ਇਸ ਤਰੀਕੇ ਨਾਲ ਲਿਖਾਈ ਕਰਦੇ ਹੁੰਦੇ ਸੀਗੇ ਜੀ। ਇਹਦੇ ਤੁਸੀਂ ਦਰਸ਼ਨ ਕਰੋ। ਹੁਣ ਆਪਾਂ ਥੋੜਾ ਬਾਹਰ ਬੈਠੇ ਹੋਏ ਆ ਲਾਈਟਿੰਗ ਕਰਕੇ, ਤੇ ਆਹ ਦਰਸ਼ਨ ਕਰ ਸਕਦੇ ਹੋ ਜੀ। ਇਹ ਪੁਰਾਣੇ ਤਰੀਕੇ ਦੇ ਨਾਲ ਹੀ ਇਹ ਲਿਖੀ ਗਈ ਹੈ ਜੀ, ਉੱਦਾਂ ਹੀ ਪੇਪਰ ਤੇ ਆ ਉਸੇ ਤਰੀਕੇ ਨਾਲ ਹਾਸ਼ੀਆ ਲੱਗਿਆ ਜੀ ਇਹਨੂੰ। ਇਹ ਓਰੀਜਨਲ ਕਲਰ ਹੈ ਜੀ, ਇਹ ਕੋਈ ਕੈਮੀਕਲ ਕਲਰ ਨਹੀਂ ਗਾ। ਜਿਹੜੇ ਪੁਰਾਣੇ ਵੇਲੇ ਸਰੂਪਾਂ 'ਚ ਕਲਰ ਵਰਤੇ ਜਾਂਦੇ ਸੀ ਇਹ ਉਹੀ ਕਲਰ ਹੈ ਜੀ। ਵੀ ਅਸੀਂ ਕਹਿ ਦਿੰਦੇ ਹਾਂ ਸੁਭਾਵ ਕਿ ਮਹਾਰਾਜ ਬਹੁਤ ਤਗੜੇ ਕਵੀ ਸੀਗੇ, ਤੇ ਲੇਕਿਨ ਉਹ ਐਂ ਪਤਾ ਲੱਗਦਾ ਵੀ ਵਾਕਈ ਮਹਾਰਾਜ ਬਹੁਤ ਤਗੜੇ ਕਵੀ ਸੀ ਜਦੋਂ ਉਹਨਾਂ ਦੀ ਲਿਖਤ ਦੇ ਦਰਸ਼ਨ ਹੁੰਦੇ ਨੇ। ਤੇ ਜਦੋਂ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਜਿਹੜਾ ਬੰਦੇ ਨੂੰ ਹੋਰ ਮੰਨਦੇ ਤਾਂ ਹੈਗੇ ਅਸੀਂ ਮੁਨਕਰ ਨਹੀਂਗੇ, ਪਰ ਫਿਰ ਹੋਰ ਨੇੜਿਓਂ ਹੋ ਕੇ ਦੇਖਣ ਦਾ ਮੌਕਾ ਮਿਲ ਜਾਂਦਾ ਮਹਾਰਾਜ ਜੀ ਦੀ ਸ਼ਖਸੀਅਤ ਨੂੰ। ਜਿਵੇਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 35 ਬਾਣੀ ਦੀ ਪੱਟੀ ਲਿਖਦੇ ਨੇ ਆਸਾ ਰਾਗ ਦੇ ਵਿੱਚ ਜੀ, ਤੇ ਯਾਨੀ ਕਿ ਉਹ 35 ਅੱਖਰਾਂ ਬਾਰੇ ਡਿਸਕ੍ਰਿਪਸ਼ਨ ਦਿੰਦੇ ਨੇ ਮਹਾਰਾਜ ਜੀ। ਤੇ ਮਹਾਰਾਜ ਸ਼ੁਰੂ ਸੱਸੇ ਤੋਂ ਕਰਦੇ ਆ। ਮਹਾਰਾਜ ਜਿਹੜਾ ਪਹਿਲਾ ਅੱਖਰ ਆ ਉਹ ਸੱਸਾ ਵਰਤਦੇ ਆ, ਤੇ ਜਦੋਂ ਦੂਜੇ ਪਾਤਸ਼ਾਹ ਜੀ ਮਹਾਰਾਜ ਆਉਂਦੇ ਨੇ ਤੇ ਉਹ ਇਸ ਕ੍ਰਮ ਨੂੰ ਉਲਟਾ ਕਰਦੇ ਨੇ ਤੇ ਊੜਾ ਐੜਾ ਈੜੀ, ਇਹ ਪਹਿਲੇ ਜਿਹੜੀਆਂ 3 ਤੇ ਉਹਨੂੰ ਵੀ ਕਹਿੰਦੇ ਸਵਰ ਨੇ ਇਹ ਰੱਖਦੇ ਨੇ ਤੇ ਵਿਅੰਜਨ ਬਾਅਦ 'ਚ ਰੱਖਦੇ ਨੇ। ਇਸ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ। ਇਹ ਪੋਥੀ ਸਾਹਿਬ ਜੀ ਦੇ ਇਹ ਲਿਖਣ ਸ਼ੈਲੀ ਇਹ ਪੁਰਾਣੀ, ਇਹਨੂੰ ਦਮਦਮੀ ਅੱਖਰ ਵੀ ਕਹਿ ਦਿੰਦੇ ਨੇ ਜੀ ਪੁਰਾਣੇ ਜੀ। ਤੇ ਇਹ ਲਿਖੇ ਜਾਂਦੇ ਸੀਗੇ ਜੀ। ਇਹ ਦਮਦਮਾ ਸਾਹਿਬ ਜਿਹੜੇ ਗਿਆਨੀ ਸਿੰਘ ਰਹਿੰਦੇ ਸੀਗੇ ਮਹਾਰਾਜ ਤੋਂ ਬਾਅਦ ਪੜ੍ਹਾਉਂਦੇ ਰਹੇ, ਇਹ ਅੱਖਰ ਉਹਨਾਂ ਦੀ ਬਣਤਰ ਸੀਗੀ ਜੀ ਵੀ ਸਾਦੇ ਅੱਖਰ ਸਿੱਧੇ ਸਿੱਧੇ ਵੀ ਜਿਹੜੇ ਪੜ੍ਹਨੇ ਸੁਖਾਲੇ ਹੋਣ। ਇਹ ਕਾਗਜ਼ ਹੈ, ਇਹ ਜਿਹੜਾ ਜੈਪੁਰ ਦੇ ਖਾਸ ਕਾਰੀਗਰ ਬਣਵਾਉਂਦੇ ਨੇ ਜੀ। ਤੇ ਇਹਦੀ ਜਿਹੜੀ ਤੁਸੀਂ ਸਟਰੈਂਥ ਵੀ ਦੇਖ ਸਕਦੇ ਹੋ। ਤੇ ਫਿਲਹਾਲ ਮੇਰੇ ਕੋਲ ਕਾਈ ਦੀ ਕਲਮ ਹੈ ਜੀ, ਤੇ ਇਹ ਬੜੀ ਨਾਯਾਬ ਕਲਮ ਹੈ। ਪੁਰਾਣੇ ਵੇਲੇ ਬੜੀ ਜ਼ਿਆਦਾ ਵਰਤੀ ਜਾਂਦੀ ਰਹੀ ਆ, ਵਰਤੋਂ 'ਚ ਆਮ ਰਹੀ ਹੈ। ਨਾੜ ਜਿਹਨੂੰ ਕਹਿੰਦੇ ਨੇ ਕਾਹੀ ਦਰਿਆਵਾਂ 'ਚ ਹੁੰਦੀ ਹੈ, ਤੇ ਕਈ ਤਰ੍ਹਾਂ ਦੀਆਂ ਅਲੱਗ-ਅਲੱਗ ਕਲਮਾਂ ਵਰਤੀਆਂ ਜਾਂਦੀਆਂ ਨੇ ਅਲੱਗ-ਅਲੱਗ। ਤੇ ਪੁਰਾਣੇ ਗ੍ਰੰਥਾਂ 'ਚ ਇੱਕ ਬੋਲਾ ਵੀ ਲਿਖਿਆ ਮਿਲਦਾ, ਕਹਿੰਦੇ ਵੀ ਜਦੋਂ ਤੁਸੀਂ ਇਹ ਸਾਰੀ ਸਿਆਹੀ ਬਣਾ ਲਈ 21 ਦਿਨ 22 ਦਿਨ ਤੁਸੀਂ ਰਗੜੀ ਉਹਨੂੰ, ਤੇ ਰੋਜ਼ ਮੂਲ ਮੰਤਰ ਦਾ ਜਾਪ ਵੀ ਨਾਲ ਕੀਤਾ, ਉਹਨੂੰ ਰਗੜੀ ਗਏ। ਤੇ ਊਂ ਤਾਂ ਸਿਆਹੀ ਹੁਣ ਬਣ ਤਾਂ ਜਾਂਦੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਕਾਲੀਆਂ ਇਕੱਠੀਆਂ ਹੋ ਕੇ ਤਾਂ ਸਿਆਹੀ ਤਾਂ ਬਣ ਹੀ ਜਾਂਦੀ ਹੈ, ਪਰ ਸਿਆਹੀ ਪੱਕੀ ਹੋਣੀ ਚਾਹੀਦੀ ਆ। ਵੀ ਸਾਨੂੰ ਗੁਰੂ ਦੇ ਨੇੜੇ ਹੋ ਕੇ ਦੇਖਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਤੇ ਬਾਣੀ ਲਿਖੀ ਹੈ, ਤੇ ਇਸ ਤੋਂ ਵੱਡਾ ਤਾਂ ਅਸੀਂ ਤਾਂ ਇੱਥੇ ਹੁਣ ਸਾਡੀ ਇੱਥੇ ਹੀ ਹੈਗੀ ਸੰਤੁਸ਼ਟੀ ਹੈ ਜੀ, ਮੁਕਤੀ ਹੈ ਜੀ ਹੁਣ ਇੱਥੇ ਹੀ ਵੀ ਮਹਾਰਾਜ ਨੇ ਬਾਣੀ ਲਿਖਾ ਲਈ ਹੈ ਤੇ ਚੜ੍ਹਦੀ ਕਲਾ ਵਾ। ਇਹ ਪੰਥ ਤਾਂ ਗੁਰੂ ਨਾਨਕ ਜੀ ਦਾ ਹੈ, ਬੂਟਾ ਜਿਹੜਾ ਹੋਇਆ ਹੀ ਗੁਰੂ ਨਾਨਕ ਜੀ ਦਾ, ਤੇ ਜਿਹਨੂੰ ਪਾਣੀ ਇਹ 10ਵੇਂ ਮਹਾਰਾਜ ਜੀ ਦੇ 4 ਪੁੱਤਾਂ ਦੇ ਲਹੂ ਦਾ ਪਿਆ ਹੋਵੇ ਉਹ ਕਿਵੇਂ ਸੁੱਕ ਜੂਗਾ? ਉਹ ਨਹੀਂ ਸੁੱਕਦਾ ਬਿਲਕੁਲ। ਉਹ ਸਾਡੀ ਜਿਹੜੀ ਹੈਗੀ ਵੀ ਨੈਗੇਟਿਵਿਟੀ ਹੈ। ਤੇ ਅਸਲ 'ਚ ਤੁਸੀਂ ਬਾਣੀ ਨੂੰ ਲਿਖੋ, ਤੁਸੀਂ ਜਦੋਂ ਬਾਣੀ ਨੂੰ ਲਿਖੋਗੇ ਤੁਸੀਂ ਆਪਣੀ ਧਰੋਹਰ ਦੇ ਨਾਲ ਜੁੜਦੇ ਹੋ। ਤੁਸੀਂ ਜਿਵੇਂ ਪੁਰਾਣੇ ਸਿੰਘ ਲਿਖਦੇ ਸੀਗੇ ਉਦਾਂ ਹੀ ਆਪ ਲਿਖੋ ਹੱਥੀਂ ਮਰਜ਼ਾਦਾ ਅਨੁਸਾਰ, ਤੇ ਤੁਸੀਂ ਆਪ ਦੀ ਜੜ ਦੇ ਨਾਲ ਹੋਰ ਜ਼ਿਆਦਾ ਜੁੜਦੇ ਆ ਬਿਲਕੁਲ। ਤੇ ਤੁਹਾਨੂੰ ਕੋਈ ਕੌਣ ਕਿੱਦਾਂ ਤੋੜ ਦੂਗਾ?
ਅਸੀਂ ਆਪ ਖੁਦ ਗਰੇਜ਼ ਕਰਦੇ ਹਾਂ ਕਿ ਅਸੀਂ ਅਗਰ ਪੰਜਾਬੀ ਬੋਲਾਂਗੇ, ਪੰਜਾਬੀ ਲਿਖਾਂਗੇ ਤਾਂ ਪਤਾ ਨਹੀਂ ਸਾਨੂੰ ਕੀ ਜਾਹਿਲ ਸਮਝਿਆ ਜਾਊਗਾ, ਗਵਾਰ ਸਮਝਿਆ ਜਾਊਗਾ। ਆਪਦੀ ਮਾਂ ਬੋਲੀ ਨੂੰ ਬੋਲਣ ਲੱਗਿਆ, ਮਾਂ ਤਾਂ ਇੱਕ ਦੂਰ ਦੀ ਗੱਲ ਹੈ ਜੀ, ਮੈਂ ਟਿੱਪਣੀ ਨਹੀਂ ਕਰ ਰਿਹਾ, ਪਰ ਇਸ ਦਾ ਨਾਮ ਹੈ ਗੁਰਮੁਖੀ। ਇਹ ਮਾਂ ਤੋਂ ਵੀ ਪਹਿਲਾਂ ਗੁਰੂਆਂ ਦੀ ਹੈ। ਇਹ 'ਚ ਸਾਡੇ ਗੁਰੂ ਨਾਨਕ ਜੀ ਨੇ ਬਾਣੀ ਉਚਾਰੀ ਹੈ, ਇਹਦੇ ਵਿੱਚ 10 ਪਾਤਸ਼ਾਹੀਆਂ ਨੇ ਬਾਣੀ ਉਚਾਰੀ ਹੈ, ਸਾਡੇ ਅਨੇਕ ਸਿੰਘਾਂ ਨੇ 'ਚ ਬਾਣੀ ਉਚਾਰੀ ਹੈ। ਸਾਡਾ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਭਾਖਾ ਦੇ ਵਿੱਚ ਹੈ, ਤੇ ਕਿਵੇਂ ਕੋਈ ਗੁਰਮੁਖੀ ਖਤਮ ਕਰ ਦੂਗਾ? ਉਹ ਤਾਂ ਅਸੀਂ ਨਹੀਂ ਪੜ੍ਹਦੇ ਪਏ, ਸਾਡੀ ਕਾਹਨ ਹੈ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਆ ਕਰਨ। ਅੱਜ ਦੀ ਵੀਡੀਓ ਸਿੱਖ ਸੰਗਤ ਦੇ ਲਈ ਕਾਫੀ ਮਹੱਤਵਪੂਰਨ ਹੈ ਤੇ ਤੁਸੀਂ ਪਸੰਦ ਵੀ ਕਰੋਗੇ। ਅਸੀਂ ਅੱਜ ਪਹੁੰਚੇ ਹਾਂ ਸੁਲਤਾਨਪੁਰ ਲੋਧੀ, ਜਿੱਥੇ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਬਤੀਤ ਕੀਤਾ ਤੇ ਇਸੇ ਪਵਿੱਤਰ ਨਗਰੀ ਦੇ ਵਿੱਚ ਬਾਈ ਸਿਮਰਨਪ੍ਰੀਤ ਨੇ, ਜੋ ਕਿ ਗੁਰੂ ਸਾਹਿਬਾਨਾਂ ਦੀ ਜਿਹੜੀ ਲਿਖਤ ਸੀ, ਲਿਖਣ ਸ਼ੈਲੀ ਸੀ ਜਾਂ ਪੁਰਾਣੇ ਸਿੰਘਾਂ ਦੀ ਲਿਖਣ ਸ਼ੈਲੀ ਸੀ, ਉਹਨਾਂ ਨੂੰ ਹੂਬਹੂ ਪੰਨਿਆਂ ਉੱਤੇ ਉਤਾਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਤਾਰ ਵੀ ਰਹੇ ਨੇ ਤੇ ਦੇਖਣ ਦੇ ਵਿੱਚ ਚੀਜ਼ਾਂ ਬਹੁਤ ਖੂਬਸੂਰਤ ਲੱਗ ਰਹੀਆਂ। ਸਾਡੇ ਨਾਲ ਬਾਈ ਨੇ, ਬਾਈ ਜੀ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਅੱਖਰ ਤੇ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ, ਜਿਵੇਂ ਸਿੱਖ ਪੰਥ ਦੇ ਵਿੱਚ ਸ਼ਬਦ ਨੂੰ ਗੁਰੂ ਕਿਹਾ ਗਿਆ ਹੈ ਜੀ, ਤੁਸੀਂ ਉਸ ਸ਼ਬਦ ਦਾ ਅਭਿਆਸ ਕਰਦੇ ਹੋ ਤੇ ਉਸ ਗੁਰੂ ਨੂੰ ਫੀਲ ਕਰਦੇ ਹੋ, ਮਹਿਸੂਸ ਕਰਦੇ ਹੋ ਤੇ ਪੰਨਿਆਂ ਉੱਤੇ ਉਤਾਰਨ ਦੀ ਕੋਸ਼ਿਸ਼ ਕਰਦੇ ਹੋ। ਇਹ ਜਾਂਚ ਤੁਹਾਡੇ 'ਚ ਕਿਵੇਂ ਆਈ? ਕਿੰਨੀਆਂ ਪੀੜ੍ਹੀਆਂ ਤੋਂ ਇਹ ਜਾਂਚ ਲਗਾਤਾਰ ਜਾਰੀ ਹੈ, ਜਾਂ ਫਿਰ ਜਿਹੜੀ ਲਿਖਣ ਸ਼ੈਲੀ ਹੈ ਪੰਥ ਦੇ ਵਿੱਚ, ਇਹਦਾ ਸਫ਼ਰ ਕਿਵੇਂ ਰਿਹਾ ਹੁਣ ਤੱਕ? ਜੀ, ਇਹ ਸਭ ਤੋਂ ਪਹਿਲਾਂ ਜੀ ਸੁਣ ਰਹੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਇੱਕ ਵਾਰ ਮੇਰੀ ਫੇਰ ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਨੇ ਬੜਾ ਸੁੰਦਰ ਸਵਾਲ ਜਿਹੜਾ ਅਰਜ਼ ਕਰਿਆ ਜੀ, ਤੇ ਉਹ ਇੱਦਾਂ ਹੈ ਜੀ ਵੀ ਇਹ ਜਿਹੜੇ ਅੱਖਰ ਨੇ, ਇਹ ਜਿਹੜੇ ਗੁਰੂ ਮਹਾਰਾਜ ਨੇ ਜਿਨ੍ਹਾਂ ਦੇ ਵਿੱਚ ਬਾਣੀ ਉਚਾਰੀ, ਗੁਰਮੁਖੀ ਭਾਖਾ ਤੇ ਹੋਰ ਅਨੇਕ ਭਾਸ਼ਾਵਾਂ ਉਸ ਵੇਲੇ ਹਨ, ਤੇ ਲੇਕਿਨ ਗੁਰਮੁਖੀ ਦੇ ਵਿੱਚ ਜੋ ਬਾਣੀ ਰਚੀ ਗਈ ਤੇ ਸਮੇਂ ਦਰ ਸਮੇਂ ਗੁਰੂ ਮਹਾਰਾਜ ਲਿਖਦੇ ਰਹੇ ਤੇ ਅਲੱਗ-ਅਲੱਗ ਅੰਦਾਜ਼ਾਂ 'ਚ ਸਿੰਘ ਅੱਗੋਂ ਲਿਖਦੇ ਰਹੇ ਜੀ। ਤੇ ਇਹ ਬੜੇ ਹੀ ਜਿਹੜੀ ਵਿੱਦਿਆ ਹੈ, ਜਿਹੜੀ ਹੈ ਇਹ ਪ੍ਰਣਾਲੀ ਹੈ, ਤੇ ਆਪਣੇ ਬੜੀ ਮਹੱਤਵਪੂਰਨ ਹੈ ਜੀ ਆਪਣੇ ਇਸ ਇਰਾ ਦੇ ਵਿੱਚ। ਇੱਥੋਂ ਦੇ ਜਿਹੜਾ ਪਰੰਪਰਾ ਹੈ, ਸਿੱਖ ਇਤਿਹਾਸ ਦੀ ਜਿਹੜੀ ਪਰੰਪਰਾ ਹੈ। ਸੋ ਸਭ ਤੋਂ ਪਹਿਲਾਂ ਜੀ ਮੇਰਾ ਇਸ ਦੇ ਵਿੱਚ ਰੁਝਾਨ ਜਿਹੜਾ ਹੈ ਜੀ, ਉਹ ਇਸ ਤਰੀਕੇ ਨਾਲ ਪੈਦਾ ਹੁੰਦਾ ਹੈ ਕਿ ਮੇਰੇ ਦਾਦਾ ਬਾਬਾ ਕਰਤਾਰ ਸਿੰਘ ਜੀ ਮਿਆਣੀ ਵਾਲੇ, ਮਿਆਣੀ ਪਿੰਡ ਪਿੱਛੇ ਹੀ ਆ ਜੀ ਬੰਦਪਾਰ ਤੋਂ ਜੀ, ਤੇ ਸਾਡਾ ਪਿੰਡ ਹੁਣ ਮੇਵਾ ਸਿੰਘ ਵਾਲਾ ਹੈ, ਤੇ ਉਹ ਲਿਖਿਆ ਕਰਦੇ ਸੀਗੇ ਜੀ। ਤੇ ਉਹ ਨਿਰਮਲੇ ਸੰਤਾਂ ਮਹੰਤਾਂ ਦੇ ਕੋਲ ਪੜ੍ਹੇ ਨੇ ਜੀ। ਬਾਬਾ ਹਰਬੰਸ ਸਿੰਘ ਸੰਧਾਂ ਵਾਲੀਏ ਜਿਹੜੇ ਉਹਨਾਂ ਦੇ ਵਿੱਦਿਆ ਗੁਰੂ ਨੇ ਰਹੇ ਜੀ, ਉਹਨਾਂ ਦੇ ਕੋਲ, ਤੇ ਅੱਗੋਂ ਉਹਨਾਂ ਦੇ ਜਿਹੜੇ ਵਿੱਦਿਆ ਗੁਰੂ ਸੀ ਬਾਬਾ ਬਲਵੰਤ ਸਿੰਘ ਜੀ, ਉਹ ਲਿਖਿਆ ਕਰਦੇ ਸੀ ਜੀ। ਸੋ ਇਹ ਪੁਰਾਣੇ ਜਿੱਥੋਂ ਕਿ ਸਾਧੂ ਸੰਤ ਲਿਖ ਰਹੇ ਸੀ, ਉੱਥੋਂ ਹੀ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਹੈ ਇਹ ਵਿੱਦਿਆ ਆਈ ਹੈ ਜੀ। ਤੇ ਭਾਈ ਮਨੀ ਸਿੰਘ ਹੁਣਾਂ ਦੀ ਟਕਸਾਲ ਜਿਹੜੀ ਸੱਤੋ ਕੀ ਗਲੀ ਅੰਮ੍ਰਿਤਸਰ ਸਾਹਿਬ ਹੈ, ਉੱਥੇ 27 ਸਾਲ ਸਾਡੇ ਬਜ਼ੁਰਗ ਰਹੇ ਨੇ ਜੀ, ਉੱਥੇ ਪੜ੍ਹੇ ਨੇ, ਤੇ ਉੱਥੋਂ ਇਹ ਕਾਫੀ ਕੁਛ ਉਹਨਾਂ ਨੇ ਸਿਆਹੀਆਂ ਬਾਰੇ ਤੇ ਹੋਰ ਗੁਰਬਾਣੀ ਦਾ ਗੂੜ੍ਹ ਗਿਆਨ ਪ੍ਰਾਪਤ ਕੀਤਾ, ਤੇ ਸਾਡੇ ਪਰਿਵਾਰ ਨੂੰ ਇਹ ਬਖਸ਼ਿਸ਼ ਹੋਈ ਜੀ। ਬਹੁਤ ਅੱਛਾ ਸਫ਼ਰ ਤੁਹਾਡੇ ਪਰਿਵਾਰ ਦਾ ਵੀ ਬਾਈ ਜੀ। ਗੁਰਬਾਣੀ ਬਾਰੇ ਜਾਂ ਲਿਖਣ ਸ਼ੈਲੀ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਲਿਖਦੇ ਹੁੰਦੇ ਸੀਗੇ। ਪਰ ਉਸ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਉਹਦੇ 'ਚ ਇਸਤੇਮਾਲ ਹੁੰਦੀਆਂ, ਜਿਵੇਂ ਕਾਗਜ਼ ਹੈ, ਕਾਗਜ਼ ਦੇਖਣਾ ਕਿ ਬਹੁਤ ਅੱਛਾ ਹੈ, ਸਿਆਹੀ ਕਿਵੇਂ ਤਿਆਰ ਕਰਦੇ ਹੋ, ਕਲਮ ਕਿਵੇਂ ਤਿਆਰ ਹੁੰਦੀ ਹੈ, ਸਾਰੀਆਂ ਚੀਜ਼ਾਂ ਕਿਵੇਂ ਇਕੱਠੀਆਂ ਕਰਦੇ ਹੋ? ਹਾਂਜੀ, ਇਹ ਜਿਵੇਂ ਅੱਜ ਕੱਲ੍ਹ ਤਾਂ ਕਾਗਜ਼ ਇਹ ਮਸ਼ੀਨੀ ਹੁੰਦਾ ਹੈ ਜੀ, ਤੇ ਪਰ ਪੁਰਾਣੇ ਵੇਲੇ ਜਿਹੜਾ ਕਾਗਜ਼ ਹੁੰਦਾ ਸੀ ਉਹ ਹੱਥੀਂ ਜਿਹੜਾ ਬਣਿਆ ਹੋਇਆ ਵਰਤਿਆ ਜਾਂਦਾ ਸੀਗਾ। ਤੇ ਬਾਣੀ 'ਚ ਕਈ ਥਾਵਾਂ ਤੇ ਜ਼ਿਕਰ ਵੀ ਆਉਂਦਾ ਹੈ ਵੀ ਬਾਣੀ ਦੱਸਦੀ ਹੈ ਵੀ ਸਗਲੀ ਜਿਹੜੀ ਬਨਸਪਤੀ ਹੈ ਵੀ ਉਹਨੂੰ ਕਹਿੰਦੇ ਕੱਟ ਕੇ ਕਾਗਜ਼ ਕਰ ਲਈਏ, ਤੇ ਸਾਰੇ ਸਮੁੰਦਰ ਦੀ ਜਿਹੜਾ ਪਾਣੀ ਉਹਦੀ ਸਿਆਹੀ ਕਰ ਲਈਏ, ਤੇ ਤਾਂ ਵੀ ਆਪਾਂ ਉਹਦਾ ਜਸ ਨਹੀਂ ਗਾ ਸਕਦੇ। ਸੋ ਇਸ ਪੰਕਤੀ ਦੇ ਵਿੱਚੋਂ ਸਾਨੂੰ ਇਹ ਚੀਜ਼ ਮਿਲਦੀ ਆ ਕਿ ਜਿਹੜਾ ਕਾਗਜ਼ ਆ ਉਹ ਬਨਸਪਤ ਤੋਂ ਬਣਦਾ ਸੀ, ਇਹ ਵੁਡਨ ਮੇਡ ਹੁੰਦਾ ਸੀਗਾ। ਸੋ ਇਹ ਜਿਹੜਾ ਕਾਗਜ਼ ਹੈ ਮੈਂ ਤੁਹਾਨੂੰ ਦਿਖਾਉਂਦਾ ਜੀ, ਇਹ ਕਾਗਜ਼ ਹੈ, ਇਹ ਜਿਹੜਾ ਜੈਪੁਰ ਦੇ ਖਾਸ ਕਾਰੀਗਰ ਬਣਵਾਉਂਦੇ ਨੇ ਜੀ। ਤੇ ਮੈਨੂੰ ਇਹ ਜਿਹੜਾ ਇਹ ਕਰਵਾਇਆ ਵੀ ਲੇਬਲ ਭਾਈ ਮਹਿਤਾਬ ਸਿੰਘ ਜੀ ਚੰਡੀਗੜ੍ਹ ਵਾਲੇ, ਬੜੇ ਵਧੀਆ ਅੱਖਰਕਾਰ ਨੇ ਜੀ, ਉਹਨਾਂ ਵੱਲੋਂ ਮੈਨੂੰ ਇਹ ਕਾਗਜ਼ ਮੁਹੱਈਆ ਕਰਾਇਆ ਗਿਆ ਜੀ। ਬੜਾ ਸੁੰਦਰ ਤੇ ਬੜਾ ਅੱਛਾ ਤੇ ਟਿਕਾਊ ਕਾਗਜ਼ ਹੈ ਜੀ, ਜਿਹੜਾ ਪੁਰਾਣੇ ਵੇਲੇ ਬਣਿਆ ਕਰਦਾ ਸੀ। ਤੇ ਇਹਦੀ ਜਿਹੜੀ ਤੁਸੀਂ ਸਟਰੈਂਥ ਵੀ ਦੇਖ ਸਕਦੇ ਹੋ ਵੀ ਬਹੁਤ ਜ਼ਬਰਦਸਤ ਹੈ, ਵੀ ਬੜੇ 100 ਸਾਲ ਲਾਈਫ ਹੈ ਜੀ ਇਹਦੀ, ਤੇ ਬੜਾ ਅੱਛਾ ਕਾਗਜ਼ ਹੈ ਜੀ। ਇੱਕ ਕਾਗਜ਼ ਇਹ ਹੈ ਜੀ, ਇੱਕ ਕਾਗਜ਼ ਇਹੀ ਹੈ,
ਲੇਕਿਨ ਅੱਧਾ ਬਣਿਆ ਹੋਇਆ ਤੇ ਉਹਨੂੰ ਅੱਧਾ ਮੈਂ ਆਪ ਬਣਾਉਣਾ ਹੈ, ਉਹਦਾ ਜਿਹੜਾ ਟੈਕਸਚਰ ਹੈ ਉਹ ਇਸ ਤਰੀਕੇ ਦਾ ਹੁੰਦਾ ਹੈ ਜੀ। ਇਹ ਰੰਗ ਦੇ ਵਿੱਚ ਥੋੜਾ ਫਰਕ ਆ ਜਾਂਦਾ ਹੈ ਤੇ ਬਾਕੀ ਚੀਜ਼ ਉਹੀ ਰਹਿੰਦੀ ਹੈ ਜੀ। ਤੇ ਇਹ ਜਿਹੜਾ ਕਾਗਜ਼ ਹੁੰਦਾ ਇਹਦੀ ਮਨਿਆਦ ਜ਼ਿਆਦੀ ਹੁੰਦੀ ਹੈ ਜੀ। ਤੇ ਦੂਜਾ ਸਵਾਲ ਤੁਹਾਡਾ ਰਿਹਾ ਜੀ ਸਿਆਹੀ ਵਾਲਾ ਜੀ। ਤੇ ਸਿਆਹੀ ਜਿਹੜੀ ਹੈ ਵੀ ਆਦਿ ਕਾਲ ਤੋਂ ਹੀ ਜਦੋਂ ਇਹ ਲਿਖਿਆ ਕਰਦੇ ਸੀਗੇ, ਇਵਨ ਕਿ ਮਹਾਰਾਜ ਤੋਂ ਪਹਿਲਾਂ ਵੀ ਜਦੋਂ ਲਿਖਿਆ ਜਾਂਦਾ ਸੀਗਾ, ਤੇ ਸਿਆਹੀ ਜਿਹੜੀ ਆ ਉਹ ਆਪ ਬਣਾਉਣ ਦੇ ਵਿੱਚ ਬਹੁਤਾ ਯਕੀਨ ਰੱਖਿਆ ਜਾਂਦਾ ਹੁੰਦਾ ਸੀਗਾ, ਕਿਉਂਕਿ ਕਾਗਜ਼ ਤਾਂ ਇੱਕ ਕਾਰੀਗਰ ਦਾ ਬਣਾਉਣਾ ਅਲੱਗ ਕੰਮ ਹੈ, ਲੇਕਿਨ ਸਿਆਹੀ ਜਿਹੜੀ ਹੁੰਦੀ ਸੀ ਉਹ ਲਿਖਾਰੀ ਨੂੰ ਹੀ ਬਣਾਉਣੀ ਜਿਹੜੀ ਮਰਜ਼ਾਦਾ ਹੁੰਦੀ ਸੀ। ਵੀ ਉਸ ਭਾਵ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਜਿਹੜੀਆਂ ਬੂਟੀਆਂ ਇਕੱਠੀਆਂ ਕਰਨੀਆਂ ਤੇ ਫਿਰ ਸਿਆਹੀ ਬਣਾਉਣੀ। ਜਿਵੇਂ ਕਿ ਮੈਂ ਬੂਟੀਆਂ ਤੁਹਾਨੂੰ ਦੱਸ ਦਿੰਦਾ ਵੀ ਕਈ ਤਰੀਕੇ ਦੀਆਂ ਸਿਆਹੀਆਂ ਬਣਦੀਆਂ ਨੇ, ਘੋਟ ਕੇ ਬਣਦੀਆਂ ਨੇ, ਅੱਗ ਤੇ ਬਣਦੀਆਂ ਨੇ, ਅਸੀਂ ਕਈ ਤਰੀਕੇ ਦੀਆਂ ਸਿਆਹੀਆਂ ਬਣਾ ਲਈਆਂ ਨੇ ਜੀ। ਤੇ ਜਿਹੜੀ ਪ੍ਰਚਲਿਤ ਵਿਧੀ ਹੈ ਜਿਹੜੀ ਚੱਲ ਰਹੀ ਹੈ ਗੁਰੂ ਘਰ ਦੇ ਵਿੱਚ, ਜਿਸ 'ਚ ਪੁਰਾਣੇ ਸਰੂਪ ਲਿਖੇ ਜਾਂਦੇ ਰਹੇ, ਉਹਦੇ ਵਿੱਚ ਕੀ ਹੁੰਦਾ ਹੈ ਕਿ ਡਲੀ ਵਾਲਾ ਇੱਕ ਸੁਰਮਾ ਹੁੰਦਾ ਹੈ ਜੀ। ਜਿਹੜਾ ਡਲੀ ਵਾਲਾ ਸੁਰਮਾ ਹੁੰਦਾ ਹੈ ਉਹ ਹੁੰਦਾ ਹੈ ਜੀ। ਤੇ ਦੀਵੇ ਦਾ ਕੱਜਲ ਹੁੰਦਾ ਹੈ, ਉਹ ਹੁੰਦਾ ਹੈ ਕਿ ਪੁਰਾਣੇ ਵੇਲੇ ਦੀਵੇ ਦੇ ਉੱਤੇ ਚੱਪਣ ਰੱਖ ਕੇ ਤੇ ਉਹਦੀ ਕਾਲ ਇਕੱਠੀ ਕਰੀ ਜਾਂਦੀ ਹੁੰਦੀ ਸੀ। ਉਹ ਕਾਲ ਇਕੱਠੀ ਕਰਨੀ ਤੇ ਉਹਦੇ ਵਿੱਚ ਥੋੜਾ ਕੁ ਸਿੰਗਰਫ ਪਾ ਲੈਣਾ ਤੇ ਥੋੜਾ ਕੁ ਲਾਜਵਰਦਾ ਪਾ ਲੈਣਾ, ਠੀਕ ਹੈ ਜੀ। ਤੇ ਇਹਨਾਂ ਦੇ ਵਿੱਚ ਵਿਜੇ ਸਾਰ ਇੱਕ ਲੱਕੜੀ ਹੁੰਦੀ ਹੈ, ਉਹਦਾ ਕਾੜ ਕੇ ਪਾਣੀ ਪਾ ਕੇ ਤੇ ਤਾਂਬੇ ਦੇ ਭਾਂਡੇ 'ਚ ਪਾ ਕੇ ਤੇ ਥੋੜਾ ਕੁ ਬੋਲ ਪਾ ਲੈਣਾ। ਬੋਲ ਵੀ ਇੱਕ ਤਰ੍ਹਾਂ ਦਾ ਹੁੰਦੀ ਧਾਤ ਵਰਗਾ ਹੁੰਦਾ, ਬੂਟੀ ਹੁੰਦੀ ਆ ਉਹ ਪਾ ਲੈਣੀ ਤੇ ਤਾਂਬੇ ਦੇ ਭਾਂਡੇ 'ਚ ਸਾਰੀਆਂ ਵਸਤੂਆਂ ਪਾ ਕੇ ਤੇ ਜਲ ਵਿਜੇ ਸਾਰ ਦਾ ਪਾ ਕੇ ਤੇ ਉਹਨੂੰ ਕੀ ਕਹਿੰਦੇ ਥੋੜਾ ਕੁ ਸੋਨਾ ਪਾ ਲੈਣਾ, ਰੱਤੀ ਕੁ ਮਾਤਰ ਸੋਨਾ ਪਾ ਕੇ ਤੇ ਭਸਮ ਵੀ ਕਈ ਪਾ ਲੈਂਦੇ ਨੇ, ਮੈਂ ਭਸਮ ਵੀ ਪਾਉਣਾ ਤੇ ਖਰਾ ਸੋਨਾ ਸਿੱਧਾ ਵੀ ਕੱਚਾ ਵੀ ਪਾ ਲਈਦਾ ਤੇ ਉਹਨੂੰ ਫਿਰ ਨਿੰਮ ਦੇ ਡੰਡੇ ਦੇ ਨਾਲ ਉਹਨੂੰ ਰਗੜਨਾ ਜੀ। 21 ਦਿਨ 22 ਦਿਨ 30 ਦਿਨ ਜਿੰਨਾ ਚਿਰ ਵੀ ਰਗੜਿਆ ਜਾਵੇ। ਇਹ ਮਰਜ਼ਾਦਾ ਹੁੰਦੀ ਸੀ ਵੀ ਘੱਟੋ ਘੱਟ 21 ਦਿਨ। ਜਿਵੇਂ ਤੁਸੀਂ ਸੋਨੇ ਦੀ ਗੱਲ ਕੀਤੀ ਕਿ ਉਹ ਸਿਆਹੀ ਦੇ ਵਿੱਚ ਪੈਂਦਾ ਹੈ, ਹਾਂਜੀ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਵੀ ਦੇਖੀਆਂ ਕਿ ਉਹ ਸੋਨਾ ਪੈਣ ਦੇ ਨਾਲ ਪੂਰੇ ਜੇ ਆਪਾਂ ਕੋਈ ਬਣਵਾਉਂਦੇ ਆ, ਪੋਥੀ ਬਣਵਾਉਂਦੇ ਜਾਂ ਗੁਰੂ ਗ੍ਰੰਥ ਸਾਹਿਬ ਬਣਵਾਉਂਦੇ ਤਾਂ 70-80 ਲੱਖ ਰੁਪਏ ਤੱਕ ਬਜਟ ਜਾਂਦਾ ਹੈ। ਕਿ ਸਾਰੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੁੰਦੀਆਂ ਨੇ? ਇਹ ਬਾਬਾ ਜੀ ਦੇਖੋ, ਇਹ ਕੋਈ ਵੀ ਚੀਜ਼ ਆ, ਇਹ ਤੁਸੀਂ ਜਿਵੇਂ ਹੁਣ ਵੀ ਇੱਕ ਕੜਾ ਹੈ ਮੇਰੇ ਹੱਥ ਦੇ ਵਿੱਚ ਤੇ ਇਹਨੂੰ ਤੁਸੀਂ ਸੋਨੇ ਦਾ ਬਣਵਾ ਲੂਗੇ ਤਾਂ ਕੋਸਟਲੀ ਹੋ ਜਾਏਗਾ, ਹੈ ਨਾ ਜੀ। ਤੇ ਜਿੱਥੇ ਵੀ ਸੋਨਾ ਵਰਤਿਆ ਪਾਣੋ ਤਾਂ ਭਾਵੇਂ ਆਪਾਂ ਹੀਰੇ ਦੀ ਭਸਮ ਵੀ ਪਾ ਲਈਏ ਸਿਆਹੀ 'ਚ, ਉਹ ਵੀ ਪੈ ਜਾਂਦੀ ਹੈ ਜੀ। ਤੇ ਪਾਣੋ ਤਾਂ ਆਪਾਂ ਕੁਛ ਵੀ ਪਾ ਲਈਏ ਨਾ, ਸੋਨਾ ਜਿੰਨਾ ਮਰਜ਼ੀ ਪਾ ਲਈਏ, ਪਰ ਸੋਨਾ ਅਸਲ 'ਚ ਕੇਸ ਵਾਸਤੇ ਪਾਇਆ ਜਾਂਦਾ ਸੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਸੋਨਾ ਜਿਹੜਾ ਹੈਗਾ ਕਿ ਸੋਨਾ ਜਿਹੜਾ ਹੁਣ, ਕਿਉਂਕਿ ਅਸੀਂ ਵੈਦ ਵੀ ਆ ਤੇ ਵੈਦ ਹੋਣ ਦੇ ਨਾਲ ਕੀ ਇਹ ਚੀਜ਼ਾਂ ਸਾਨੂੰ ਸੁਭਾਵਕ ਜਿਹੜੀਆਂ ਕਿ ਮਿਲ ਜਾਂਦੀਆਂ ਨੇ, ਵੀ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕਿਉਂ ਆ, ਜਾਂ ਪੁਰਾਣੇ ਜਿਹੜੇ ਬਣਾਉਂਦੇ ਸੀਗੇ ਪੀੜ੍ਹੀਓਂ ਸਾਨੂੰ ਮਿਲ ਜਾਂਦੀ ਚੀਜ਼। ਇਹ ਵੈਦਗਿਰੀ ਦੇ ਕਨਸੈਪਟ ਵਿੱਚ ਆ ਜਾਂਦਾ ਹੈ ਜੀ, ਕਿਉਂਕਿ ਸੋਨੇ ਦੇ ਵਿੱਚ 7 ਧਾਤਾਂ ਦਾ ਮਿਸ਼ਰਣ ਹੁੰਦਾ ਹੈ ਜੀ। 7 ਧਾਤਾਂ ਦਾ, ਤੇ ਸੋਨਾ ਪਾਉਣ ਦੇ ਨਾਲ ਉਹਦੇ ਉੱਤੇ ਵੈਦਰ ਦਾ ਅਸਰ ਜਿਹੜਾ ਹੈ, ਜਿਵੇਂ ਹੁਣ ਇਹ ਕੋਈ ਲਿਖਾਵਟ ਲਿਖਦੇ ਹੋ ਸਿਆਹੀ 'ਚ ਸੋਨਾ ਹੋਏਗਾ ਮਾਤਰਾ ਅਨੁਸਾਰ, ਤੇ ਉਹਦੇ ਉੱਤੇ ਸਮੇਂ ਦਾ ਅਸਰ ਜਿਹੜਾ ਹੈਗਾ ਵੈਦਰ ਦਾ ਘੱਟ ਪਏਗਾ ਤੇ ਉਹਦੀ ਲਾਈਫ ਜ਼ਿਆਦਾ ਵਧੇਗੀ, ਪ੍ਰੀਜ਼ਰਵ ਹੋ ਜਾਂਦੀ ਹੈ ਚੀਜ਼। ਸਿਆਹੀ ਉੜਦੀ ਨਹੀਂ ਗੀ, ਸਿਆਹੀ ਪੱਕੀ ਹੋ ਜਾਂਦੀ ਹੈ ਤੇ ਸਿਆਹੀ ਹੰਢਣਯੋਗ ਹੋ ਜਾਂਦੀ ਹੈ ਜੀ। ਹੰਢਦੀ ਜ਼ਿਆਦਾ ਹੈ ਸੋਨਾ, ਇਸ ਲਈ ਪਾਇਆ ਜਾਂਦਾ ਹੈ। ਬਹੁਤਾਂਤ ਸੋਨਾ ਪਾ ਦੇਣ ਦੇ ਨਾਲ ਅੱਖਰ ਉਖੜ ਵੀ ਜਾਂਦਾ ਹੈ, ਠੀਕ ਹੈ ਜੀ। ਔਰ ਅਗਰ ਤੁਸੀਂ ਸਰੂਪ ਬਹੁਤ ਵੱਡੇ ਆਕਾਰ ਦੇ ਵਿੱਚ ਲਿਖੋਗੇ ਤੇ ਉਹਦੇ ਵਿੱਚ ਉਨੀ ਜ਼ਿਆਦਾ ਸਿਆਹੀ ਵਰਤੀ ਜਾਓ ਤੇ ਉਨਾ ਜ਼ਿਆਦਾ ਹੀ ਸੋਨਾ ਲੱਗੂਗਾ ਜੀ। ਮੰਨ ਲਓ ਜੇ ਆਪਾਂ ਆਮ ਸਰੂਪ, ਜਿਵੇਂ ਪੁਰਾਣੇ ਵੇਲੇ ਛੋਟੇ ਸਰੂਪ ਹੁੰਦੇ ਸੀ, ਵੀ ਜਿਹੜੇ ਸਰੂਪ ਆਪਾਂ ਜਿਹਨੂੰ ਆਪਾਂ ਹੁਣ ਦੀ ਭਾਸ਼ਾ 'ਚ ਕਹਿ ਲਈਏ ਵੀ ਇੱਕ ਪੱਕਾ ਆਕਾਰ, ਵੀ ਉਸ ਆਕਾਰ 'ਚ ਲਿਖਦੇ ਹਾਂ। ਤੇ ਜੇ ਆਪਾਂ ਵੱਡਾ ਸਰੂਪ ਲਿਖਾਂਗੇ ਵੀ ਉਹ 5-6 ਸਰੂਪਾਂ ਜਿੰਨੀ ਸਿਆਹੀ ਇੱਕ ਸਰੂਪ ਤੇ ਲੱਗ ਜਾਵੇ ਤਾਂ ਉਹ ਕੋਸਟਲੀ ਹੋ ਜਾਏਗਾ, ਹੈ ਨਾ ਜੀ। ਇਹ ਚੱਕਰ ਹੁੰਦਾ ਹੈ ਜੀ। ਤੇ ਇਹ ਸਿਆਹੀ ਦੀ ਜਿਹੜੀ ਤੇ ਕਲਮ ਕਿਹੜੀ ਯੂਜ਼ ਕਰਦੇ ਨੇ? ਕਲਮ ਜੀ ਇਹ ਕਈ ਤਰ੍ਹਾਂ ਦੀਆਂ ਨੇ ਤੇ ਫਿਲਹਾਲ ਮੇਰੇ ਕੋਲ ਕਾਈ ਦੀ ਕਲਮ ਹੈ ਜੀ। ਤੇ ਇਹ ਬੜੀ ਨਾਯਾਬ ਕਲਮ ਹੈ, ਪੁਰਾਣੇ ਵੇਲੇ ਬੜੀ ਜ਼ਿਆਦਾ ਵਰਤੀ ਜਾਂਦੀ ਰਹੀ ਆ, ਵਰਤੋਂ 'ਚ ਆਮ ਰਹੀ ਹੈ। ਨਾੜ ਜਿਹਨੂੰ ਕਹਿੰਦੇ ਨੇ ਕਾਹੀ ਦਰਿਆਵਾਂ 'ਚ ਹੁੰਦੀ ਹੈ ਤੇ ਕਈ ਤਰ੍ਹਾਂ ਦੀਆਂ ਅਲੱਗ-ਅਲੱਗ ਕਲਮਾਂ ਵਰਤੀਆਂ ਜਾਂਦੀਆਂ ਨੇ ਅਲੱਗ-ਅਲੱਗ ਪਰਪਸ ਵਾਸਤੇ। ਇਹ ਵੀ ਮਰਜ਼ਾਦਾ ਹੁੰਦੀ ਹੈ ਜੀ, ਵੀ ਜਿਹੜੀ ਤੁਸੀਂ ਬਾਣੀ ਲਿਖਦੇ ਹੋ ਤੇ ਉਹਦੇ ਹਿਸਾਬ ਦੇ ਨਾਲ ਅਨਾਰ ਦੀਆਂ ਕਲਮਾਂ ਵਰਤੀਆਂ ਜਾਂਦੀਆਂ ਨੇ, ਗੁਲਾਬ ਦੀਆਂ ਵੀ ਵਰਤੀਆਂ ਜਾਂਦੀਆਂ ਨੇ, ਚੰਦਨ ਦੀਆਂ ਵੀ ਵਰਤੀਆਂ ਜਾਂਦੀਆਂ ਨੇ, ਕਾਈ ਦੀਆਂ ਵੀ ਵਰਤੀਆਂ ਜਾਂਦੀਆਂ ਨੇ। ਇਹ ਸਾਰੀਆਂ ਕਲਮਾਂ ਵਰਤੀਆਂ ਜਾਂਦੀਆਂ ਨੇ। ਤੇ ਸਿਆਹੀ ਦੇ ਵਿੱਚ ਇੱਕ ਗੱਲ ਹੋਰ ਕਿ ਪੁਰਾਣੇ ਵੇਲੇ ਜਿਹੜੀ ਸਿਆਹੀ ਬਣਦੀ ਸੀਗੀ ਤੇ ਕਿਉਂਕਿ ਆਪਾਂ ਬਾਣੀ ਲਿਖਣੀ ਹੁੰਦੀ ਸੀ ਤਾਂ ਉਹਦੇ ਵਿੱਚ ਬੜੀਆਂ ਪਵਿੱਤਰ ਚੀਜ਼ਾਂ ਦਾ ਪਾਉਣਾ ਜਿਹੜਾ ਉਹ ਵਾਜਬ ਮੰਨਿਆ ਜਾਂਦਾ ਹੁੰਦਾ ਸੀਗਾ, ਜਿਵੇਂ ਕਿ ਕਸਤੂਰੀ ਦਾ ਪਾ ਲੈਣਾ ਤੇ ਕਪੂਰ ਦਾ ਪਾ ਲੈਣਾ
ਤੇ ਕੇਸਰ ਪਾ ਲੈਣਾ, ਹੂੰ। ਅਗਰ ਪਾ ਲੈਣਾ, ਊਦ ਪਾ ਜਿਹੜਾ ਅਗਰ ਤਗਰ ਪਾ ਲੈਣਾ। ਇਦਾਂ ਦੀਆਂ ਖੁਸ਼ਬੂਦਾਰ ਚੀਜ਼ਾਂ ਪਾਈਆਂ ਜਾਂਦੀਆਂ ਸੀ ਜਿਹਨੂੰ ਅਸਗੰਧ ਵੀ ਕਹਿੰਦੇ ਨੇ, ਅਸ਼ਟਗੰਧ, ਕਿ ਅਸ਼ਟ ਖੁਸ਼ਬੂ ਵਾਲੀਆਂ 8 ਖੁਸ਼ਬੂ ਵਾਲੀਆਂ ਚੀਜ਼ਾਂ ਵੀ ਸਿਆਹੀ ਦੇ ਵਿੱਚ ਪਾਈਆਂ ਜਾਂਦੀਆਂ ਸੀ ਪਵਿੱਤਰ ਸਮਝ ਕੇ। ਪਵਿੱਤਰ ਸਮਝ ਕੇ। ਹਾਂ, ਤੇ ਬੜੇ ਪ੍ਰੇਮ ਦੇ ਨਾਲ ਸਿਆਹੀ ਬਣਦੀ ਸੀ ਹੱਥੀਂ ਘੋਟ ਕੇ। ਤੇ ਪੁਰਾਣੇ ਗ੍ਰੰਥਾਂ 'ਚ ਇੱਕ ਬੋਲਾ ਵੀ ਲਿਖਿਆ ਮਿਲਦਾ, ਕਹਿੰਦੇ ਵੀ ਜਦੋਂ ਤੁਸੀਂ ਇਹ ਸਾਰੀ ਸਿਆਹੀ ਬਣਾ ਲਈ, 21 ਦਿਨ 22 ਦਿਨ ਤੁਸੀਂ ਰਗੜੀ ਉਹਨੂੰ, ਤੇ ਰੋਜ਼ ਮੂਲ ਮੰਤਰ ਦਾ ਜਾਪ ਵੀ ਨਾਲ ਕੀਤਾ, ਉਹਨੂੰ ਰਗੜੀ ਗਏ। ਤੇ ਊਂ ਤਾਂ ਸਿਆਹੀ ਹੁਣ ਬਣ ਤਾਂ ਜਾਂਦੀ ਹੈ, ਕਿਉਂਕਿ ਸਾਰੀਆਂ ਚੀਜ਼ਾਂ ਕਾਲੀਆਂ ਇਕੱਠੀਆਂ ਹੋ ਕੇ ਤਾਂ ਸਿਆਹੀ ਤਾਂ ਬਣੀ ਜਾਂਦੀ ਹੈ, ਪਰ ਸਿਆਹੀ ਪੱਕੀ ਹੋਣੀ ਚਾਹੀਦੀ ਆ। ਇਹ ਜ਼ਿਆਦਾ ਜ਼ਰੂਰੀ ਹੁੰਦਾ ਕਿ ਸਿਆਹੀ ਥੋੜੀ ਪੱਕੀ ਹੋਵੇ ਜੀ। ਤੇ ਉਹਦੇ ਵਿੱਚ ਫਿਰ ਉਹ ਪੁਰਾਣੇ ਇੱਕ ਮਹਾਰਾਜ ਦਾ ਸਰੂਪ ਸੀ, ਉਹਦੇ ਪਿੱਛੇ ਲਿਖਿਆ ਹੋਇਆ ਸੀ ਸਿਆਹੀ ਦੀ ਵਿਧੀ ਲਿਖ ਕੇ, ਤੇ ਲਿਖਿਆ ਸੀ ਵੀ ਸਾਰੀ ਜੋ ਸਿਆਹੀ ਬਣ ਗਈ ਤੇ ਇੱਕ ਪੰਕਤੀ ਲਿਖੀ, ਕਹਿੰਦੇ ਹੱਥ ਧੋਏ ਕੇ ਲਾਵਣੇ, ਵੀ ਹੱਥ ਧੋ ਕੇ ਲਾਉਣੇ, ਤੇ ਸਤਿਗੁਰ ਹੱਛਾ ਭਾਵੇ ਤਾਂ ਸਿਆਹੀ ਹੱਛੀ ਹੋਸੀ, ਵੀ ਇਹ ਸਾਰਾ ਕੁਝ ਤੁਸੀਂ ਪਾ ਵੀ ਲਿਆ ਵਾ, ਤੇ ਜੇ ਮਹਾਰਾਜ ਨੂੰ ਪਾਇਆ ਤੇ ਤਾਂ ਹੀ ਬਣਨੀ ਆ, ਤੇ ਨਹੀਂ ਬਣਨੀ। ਇਹ ਜੂਆ ਹੀ ਹੈ। ਜੂਆ ਹੀ ਬਿਲਕੁਲ, ਜੇ ਮਹਾਰਾਜ ਨੂੰ ਪਾਇਆ ਤਾਂ ਬਣੂਗੀ, ਨਹੀਂ ਤਾਂ ਨਹੀਂ ਬਣਦੀ। ਇਹ ਲਿਖਿਆ ਪਿਆ ਬਕਾਇਦਾ ਕਿ ਇਹ ਸਰੂਪ ਦੇ ਵਿੱਚ। ਅੱਛਾ ਬਾਈ ਜੀ, ਤੁਸੀਂ ਉਹ ਲਿਖਣ ਸ਼ੈਲੀ ਜ਼ਰੂਰ ਲਿਖ ਕੇ ਦਿਖਾਓ ਕਿ ਮਹਾਂਪੁਰਖ ਜਿਹੜੇ ਹੋਏ ਨੇ, ਸਾਡੇ ਗੁਰੂ ਹੋਏ ਨੇ, ਕਿਵੇਂ ਲਿਖਦੇ ਸੀਗੇ। ਇਹ ਹਾਂਜੀ, ਮੈਂ ਤੁਹਾਨੂੰ ਜੀ ਇੱਕ ਦਿਖਾਉਣਾ ਹੈ, ਜਪਜੀ ਸਾਹਿਬ ਦੀ ਛੋਟੀ ਪੋਥੀ ਹੈ ਜੀ। ਇਹ ਪੁਰਾਣੇ ਵੇਲੇ ਸਿੰਘ ਇਸ ਤਰੀਕੇ ਨਾਲ ਲਿਖਾਈ ਕਰਦੇ ਹੁੰਦੇ ਸੀਗੇ ਜੀ। ਇਹਦੇ ਤੁਸੀਂ ਦਰਸ਼ਨ ਕਰੋ। ਹੁਣ ਆਪਾਂ ਥੋੜਾ ਬਾਹਰ ਬੈਠੇ ਹੋਏ ਆ ਲਾਈਟਿੰਗ ਕਰਕੇ, ਤੇ ਆਹ ਦਰਸ਼ਨ ਕਰ ਸਕਦੇ ਹੋ ਜੀ। ਇਹ ਪੁਰਾਣੇ ਤਰੀਕੇ ਦੇ ਨਾਲ ਹੀ ਇਹ ਲਿਖੀ ਗਈ ਹੈ ਜੀ, ਉੱਦਾਂ ਹੀ ਪੇਪਰ ਤੇ ਆ ਉਸੇ ਤਰੀਕੇ ਨਾਲ ਹਾਸ਼ੀਆ ਲੱਗਿਆ ਜੀ ਇਹਨੂੰ। ਇਹ ਓਰੀਜਨਲ ਕਲਰ ਹੈ ਜੀ, ਇਹ ਕੋਈ ਕੈਮੀਕਲ ਕਲਰ ਨਹੀਂ ਗਾ। ਜਿਹੜੇ ਪੁਰਾਣੇ ਵੇਲੇ ਸਰੂਪਾਂ 'ਚ ਕਲਰ ਵਰਤੇ ਜਾਂਦੇ ਸੀ, ਇਹ ਉਹੀ ਕਲਰ ਹੈ ਜੀ। ਤੇ ਉਸੇ ਬਾਤ ਤਰਤੀਬ ਵਿਧੀ ਵਿੱਚ ਲੜੀ ਬਾਰ ਉਸੇ ਤਰੀਕੇ ਨਾਲ ਇਸ ਪੋਥੀ ਦਾ ਉਤਾਰਾ ਹੋਇਆ ਜੀ। ਹਾਂਜੀ, ਇਹਦੀ ਹਜੇ ਪ੍ਰੂਫ ਰੀਡਿੰਗ ਹੋਣੀ ਹੈ ਜੀ, ਸੁਧਾਈ ਇੱਕ ਵਾਰ ਜੀ, ਤੇ ਫਿਰ ਇਹ ਜਲਦ ਹੋਏਗੀ। ਇਹ ਚੱਲ ਰਿਹਾ ਹੈ ਕੰਮ ਜੀ। ਇਹ ਇਸ ਤੋਂ ਇਲਾਵਾ ਹੋਰ ਤੁਸੀਂ ਕਿਹੜੇ? ਹਾਂਜੀ, ਇਸ ਤੋਂ ਇਲਾਵਾ ਮੈਂ ਤੁਹਾਨੂੰ 10ਵੇਂ ਮਹਾਰਾਜ ਜੀ ਦੀ ਲਿਖਤ ਦਿਖਾਉਣਾ ਜੀ। ਜੀ, ਤੇ ਵੀ 10ਵੇਂ ਮਹਾਰਾਜ ਕਿਵੇਂ ਲਿਖਿਆ ਕਰਦੇ ਸੀਗੇ। ਤੇ ਬੜੇ ਸਿੰਘ ਅੱਜ ਕੱਲ੍ਹ ਕੋਸ਼ਿਸ਼ ਕਰਦੇ ਨੇ ਉਵੇਂ ਲਿਖਣ ਦੀ, ਤੇ ਕੋਸ਼ਿਸ਼ ਕਰਨਾ ਤੇ ਸਿੱਖਣਾ ਇਹ 'ਚ ਅੰਤਰ ਹੁੰਦਾ ਹੈ। ਕਿਉਂਕਿ ਜੋ ਤੁਸੀਂ ਕੋਈ ਚੀਜ਼ ਸਿੱਖਦੇ ਹੋ ਤਾਂ ਤੁਹਾਨੂੰ ਬਕਾਇਦਾ ਮੈਥਡਸ ਦੇ ਨਾਲ ਸਿਖਾਈ ਜਾਂਦੀ ਆ, ਤੇ ਜੇ ਤੁਸੀਂ ਧੱਕਾ ਕਰਨਾ ਉਹ ਤੁਸੀਂ ਜਿੰਨਾ ਮਰਜ਼ੀ ਕਰ ਲਓ, ਹੈ ਨਾ ਜੀ, ਇਹ ਹੁੰਦਾ। ਸੋ ਇਹ ਤੁਹਾਨੂੰ ਅਸੀਂ ਮਹਾਰਾਜ ਦੀ ਜਿਹੜੀ ਲਿਖਤ ਹੈ ਵੀ 10ਵੇਂ ਮਹਾਰਾਜ ਕਿਵੇਂ ਲਿਖਿਆ ਕਰਦੇ ਸੀਗੇ, ਤੇ ਉਹ ਮੈਂ ਤੁਹਾਨੂੰ ਦਰਸ਼ਨ ਕਰਵਾਵਾਂਗਾ ਜੀ। ਤੇ ਇਹ ਦੇਖੋ ਜੀ, ਆਹ ਲਿਖਤ ਹੈ ਜੀ ਮਹਾਰਾਜ ਦੀ। ਤੇ ਇਹ ਜਿਹੜਾ ਇਹ ਪਹਿਲਾ ਪੰਨਾ ਹੈ ਜੀ, ਇਸ ਪੋਥੀ ਦਾ ਇਹ ਪਹਿਲਾ ਪੰਨਾ ਹੈ। ਤੇ ਪਹਿਲਾ ਪੰਨਾ ਹੂ ਬਹੂ ਜਿਵੇਂ ਮਹਾਰਾਜ ਨੇ ਲਿਖਿਆ ਸੀਗਾ ਆਪਦੀ ਲਿਖਤ ਵਿੱਚ ਉਵੇਂ ਹੀ ਰੱਖਿਆ ਹੈ ਜੀ। ਉਵੇਂ ਹੀ ਬਿਲਕੁਲ ਕਾਪੀ, ਉਹਨੂੰ ਨਕਲ ਕੀਤੀ ਗਈ ਹੈ ਕਿ ਮਹਾਰਾਜ ਜੀ ਦੇ ਨਕਲ ਦੀ ਜਿਹੜੀ ਉਤਾਰਿਆ ਉਹਦੀ ਨਕਲ ਹੈ। ਜਿਵੇਂ ਆ ਇੱਥੇ ਖਾਲੀ ਜਗ੍ਹਾ ਦੇਖਦੇ ਹੋ, ਤੇ ਜਿੱਦਾਂ ਮਹਾਰਾਜ ਨੇ ਜਿੰਨੀਆਂ ਖਾਲੀ ਜਗ੍ਹਾਵਾਂ ਛੱਡੀਆਂ ਉਸੇ ਤਰੀਕੇ ਨਾਲ ਉਹੀ ਅੱਖਰ ਉਨੀ ਬਾਣੀ ਇਸ ਅੰਗ ਤੇ ਪਾਈ ਹੈ ਜੀ। ਤੇ ਅੱਗੋਂ ਫਿਰ ਬਾਣੀ ਜਿਵੇਂ ਚੱਲਦੀ ਹੈ ਲੜੀਵਾਰ ਉਹ ਚੱਲੀ ਜਾਂਦੀ ਹੈ ਜੀ। ਲੇਕਿਨ ਪਹਿਲੇ ਪੰਨੇ ਦਾ ਉਤਾਰਾ ਹੂ ਬਹੂ ਮਹਾਰਾਜ ਦੀ ਜਿੱਦਾਂ ਪੰਨਾ ਉਹਦਾ ਹੀ ਉਤਾਰਾ ਹੋਇਆ ਹੈ ਜੀ। ਤੇ ਉਸ ਤੋਂ ਬਾਅਦ ਇਹ ਮਹਾਰਾਜ ਦੀ ਅੱਗੇ ਲਿਖਾਵਟ ਹੈ ਜੀ, ਜਿਹੜੀ ਮਹਾਰਾਜ ਦੀ ਲਿਖਾਵਟ ਹੋਇਆ ਕਰਦੀ ਸੀਗੀ ਅੱਗੇ। ਤੇ ਇਹ ਪੋਥੀ ਵੀ ਥੋੜ੍ਹੇ ਚਿਰ ਪਹਿਲਾਂ ਹੀ ਸੰਪੂਰਨ ਹੋਈ ਹੈ ਜੀ। ਤੇ ਤੁਸੀਂ ਇਹ ਸਾਰੀ ਕੋਸ਼ਿਸ਼ ਕੀਤੀ? ਇਹ ਹਾਂਜੀ, ਆਪਾਂ ਹੀ ਲਿਖੀ ਹੈ ਜੀ। ਹਾਂਜੀ, 10ਵੇਂ ਪਾਤਸ਼ਾਹ, ਇਹ 10ਵੇਂ ਮਹਾਰਾਜ ਦੀ ਬਾਣੀ ਹੈ ਜੀ। ਇਹ ਉਹਨਾਂ ਦੀ ਜਿਹੜੀ ਲਿਖਣ ਸ਼ੈਲੀ ਸੀ ਉਹ ਇਸ ਤਰ੍ਹਾਂ ਦੀ ਸੀ, ਮਹਾਰਾਜ ਐਵੇਂ ਲਿਖਿਆ ਕਰਦੇ ਸੀ। ਤੇ ਇਹਨੂੰ ਕਈ ਅਣਜਾਣ ਲੋਕ ਜਿਵੇਂ ਭਾਈ ਕਾਹਨ ਸਿੰਘ ਨਾਭਾ ਜੀ ਮਹਾਨ ਕੋਸ਼ 'ਚ ਵੀ ਲਿਖਦੇ ਵੀ ਤੀਰ ਨਾਲ ਲਿਖੇ ਹੋਏ ਅੱਖਰ ਦੱਸਦੇ ਨੇ, ਤੀਰ ਨਾਲ, ਪਰ ਅਸਲ ਦੇ ਵਿੱਚ ਇਹ ਕਲਮ ਹੋਇਆ ਕਰਦੀ ਸੀ ਇਸ ਤਰੀਕੇ ਦੀ, ਤੇ ਉਹਦੇ ਅੱਗੇ ਇੱਕ ਨਿੱਬ ਹੋਇਆ ਕਰਦੀ ਸੀ ਤੀਰ ਵਾਂਗੂ, ਇੱਕ ਪੱਤੀ ਚੜ੍ਹਦੀ ਸੀ ਉੱਤੇ ਤਿੱਖੀ ਤੀਰ ਵਾਂਗੂ, ਤੇ ਉਹਦੇ ਨਾਲ ਲਿਖਿਆ ਕਰਦੇ ਸੀ ਮਹਾਰਾਜ। ਤੇ ਉਹ ਪਾਉਂਟਾ ਸਾਹਿਬ ਅੱਜ ਵੀ ਕਲਮਾਂ ਮੌਜੂਦ ਨੇ, ਤੁਸੀਂ ਕਿਤੇ ਜਾਓ ਤਾਂ ਤੁਹਾਨੂੰ ਦਰਸ਼ਨ ਹੁੰਦੇ ਨੇ ਜੀ, ਪਾਉਂਟਾ ਸਾਹਿਬ ਉਹ ਕਲਮਾਂ ਮੌਜੂਦ ਨੇ ਜੀ। ਤੇ ਇਹ ਉਹ ਮਹਾਰਾਜ ਦੀ ਸ਼ਬਦ ਜਿਹੜੇ ਕਾਫੀ ਬਰੀਕ ਨੇ ਬਾਬਾ ਜੀ। ਇਹ ਜਿਹੜੀ ਦੇਖੋ ਨਾ, ਇਹ ਮਹਾਰਾਜ ਜੀ ਦੀ ਜਿਹੜੀ ਸ਼ਖਸੀਅਤ ਆ ਜੀ, ਵੀ ਅਸੀਂ ਕਹਿ ਦਿੰਦੇ ਹਾਂ ਸੁਭਾਵ ਕਿ ਮਹਾਰਾਜ ਬਹੁਤ ਤਗੜੇ ਕਵੀ ਸੀਗੇ, ਤੇ ਲੇਕਿਨ ਉਹ ਐਂ ਪਤਾ ਲੱਗਦਾ ਵੀ ਵਾਕਈ ਮਹਾਰਾਜ ਬਹੁਤ ਤਗੜੇ ਕਵੀ ਸੀ ਜਦੋਂ ਉਹਨਾਂ ਦੀ ਲਿਖਤ ਦੇ ਦਰਸ਼ਨ ਹੁੰਦੇ ਨੇ। ਤੇ ਜਦੋਂ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਜਿਹੜਾ ਬੰਦੇ ਨੂੰ ਹੋਰ ਮੰਨਦੇ ਤਾਂ ਹੈਗੇ ਆ ਅਸੀਂ ਮੁਨਕਰ ਨੀਗੇ, ਪਰ ਫਿਰ ਹੋਰ ਨੇੜਿਓਂ ਹੋ ਕੇ ਦੇਖਣ ਦਾ ਮੌਕਾ ਮਿਲ ਜਾਂਦਾ ਮਹਾਰਾਜ ਜੀ ਦੀ ਸ਼ਖਸੀਅਤ ਨੂੰ, ਕਿ ਵਾਕਈ ਮਹਾਰਾਜ ਜੀ ਦਾ ਜਿਹੜਾ ਇੱਕ ਸਰੂਪ ਹੈ ਕਿ ਇੱਕ ਬਹੁਤ ਮਹਾਨ ਕਵੀ, ਕਲਮ ਦੇ ਧਨੀ ਤੇ ਤੇਗ ਦੇ ਧਨੀ, ਹੈ ਨਾ ਜੀ। ਇੱਦਾਂ ਦੇ ਮਹਾਰਾਜ ਦੀ ਜਿੰਨੀ ਪ੍ਰਸ਼ੰਸਾ ਹੈ ਵੀ ਉਹ ਕਿਸੇ ਪੱਖੋਂ ਘੱਟ ਨਹੀਂ ਗਿਆ, ਤੇ ਉਹ ਵਾਕਈ ਦੇਖਣ ਨੂੰ ਮਿਲਦੀ ਹੈ। ਵੀ ਜਿਵੇਂ ਕਹਿੰਦੇ ਨੇ ਵੀ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਵੇ, ਵੀ ਸੁਣ ਕੇ ਤਾਂ ਸਾਰੇ ਹੀ ਆਖਦੇ ਨੇ, ਆਪਾਂ ਸਾਰੇ ਹੀ ਆਖਦੇ ਹਾਂ ਕਿ ਮਹਾਰਾਜ ਵੱਡੇ ਨੇ, ਵੀ ਰੱਬ ਬਹੁਤ ਵੱਡਾ, ਪਰ ਵੇਖਿਆ ਪਤਾ ਲੱਗਦਾ ਹੈ ਨਾ ਵੀ ਜਿਹਨੂੰ ਦਰਸ਼ਨ ਹੁੰਦਾ ਹੈ
ਤੁਸੀਂ ਮਹਿਸੂਸ ਕੀਤਾ ਹੋਣਾ ਮੈਂ ਹਾਂਜੀ ਦੇਖੋ ਜੀ ਆ ਹੁਣ ਮਹਾਰਾਜ ਜੀ ਨੇ ਕਿੱਥੇ ਅਸੀਂ ਸਕੂਲਾਂ 'ਚ ਹੋਣਾ ਤੇ ਸਾਡੀ ਲਿਖਾਈ ਇੰਨੀ ਗੰਦੀ ਹੋਣੀ ਤੇ ਵੀ ਸਾਨੂੰ ਕੁੱਟ ਪੈਣੀ ਜੀ ਤੇ ਕਿੱਥੇ ਮਹਾਰਾਜ ਨੇ ਦੇਖੋ ਵੀ ਐਡਾ ਸੋਹਣਾ ਜਿਹੜਾ ਅੱਖਰ ਹੈ ਉਹ ਸਾਡੇ ਹੱਥਾਂ 'ਚ ਪਾਤਾ ਤੇ ਇਹ ਵੱਡੀ ਬਖਸ਼ਿਸ਼ ਨਹੀਂ ਤਾਂ ਹੋਰ ਕੀ ਇਹਨੂੰ ਆਪਾਂ ਕਹਿ ਸਕਦੇ ਹਾਂ ਜੀ ਵੀ ਇਹ ਵੀ ਸਾਨੂੰ ਗੁਰੂ ਦੇ ਨੇੜੇ ਹੋ ਕੇ ਦੇਖਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਤੇ ਬਾਣੀ ਲਿਖੀ ਹੈ ਤੇ ਇਸ ਤੋਂ ਵੱਡਾ ਤਾਂ ਅਸੀਂ ਤਾਂ ਇੱਥੇ ਹੁਣ ਸਾਡੀ ਇੱਥੇ ਹੀ ਹੈਗੀ ਸੰਤੁਸ਼ਟੀ ਹੈ ਜੀ ਮੁਕਤੀ ਹੈ ਜੀ ਹੁਣ ਇੱਥੇ ਹੀ ਵੀ ਮਹਾਰਾਜ ਨੇ ਬਾਣੀ ਲਿਖਾ ਲਈ ਹੈ ਤੇ ਚੜ੍ਹਦੀ ਕਲਾ ਵਾ। ਤੁਸੀਂ ਹੋਰ ਵੀ ਅਭਿਆਸ ਕਰ ਲਓ ਜਿਵੇਂ ਭਾਈ ਮਨੀ ਸਿੰਘ। ਹਾਂਜੀ ਜਿਵੇਂ ਭਾਈ ਮਨੀ ਸਿੰਘ ਜੀ ਲਿਖਿਆ ਕਰਦੇ ਸੀਗੇ, ਜਿਵੇਂ ਬਾਬਾ ਦੀਪ ਸਿੰਘ ਜੀ ਲਿਖਿਆ ਕਰਦੇ ਸੀਗੇ, ਹੋਰ ਪੁਰਾਣੇ ਅਨੇਕਾਂ ਸਿੰਘ ਵੀ ਜਿਵੇਂ ਲਿਖਿਆ ਕਰਦੇ ਸੀਗੇ। ਕੀ ਫਰਕ ਕੀ ਹਰ ਇੱਕ ਜਿਹੜੀ ਵੱਡੀ ਸ਼ਖਸੀਅਤ ਹੋਈ ਉਹਨਾਂ ਦੇ ਲਿਖਣ ਦਾ ਢੰਗ? ਹਾਂ ਢੰਗ ਇਦਾਂ ਬਾਬਾ ਜੀ ਵੀ ਇਹ ਸਮੇਂ ਦੇ ਨਾਲ ਜਿਹੜੀ ਗੁਰਮੁਖੀ ਹੈ ਉਹ ਆਪਣਾ ਥੋੜਾ ਜਿਹੜਾ ਇਹ ਪ੍ਰਭਾਵ ਚੇਂਜ ਕਰਦੀ ਰਹੀ ਹੈ ਜੀ ਸਮੇਂ ਦੇ ਨਾਲ ਥੋੜਾ ਅੰਤਰ ਆਉਂਦਾ ਰਿਹਾ। ਜਿਵੇਂ ਅੱਜ ਕੱਲ ਦੀ ਗੁਰਮੁਖੀ ਦੇਖਦੇ ਆ ਇਹ ਥੋੜੀ ਇਹ ਨਵੇਂ ਟੱਚ 'ਚ ਹੈ, ਹੁਣ ਪੁਰਾਣੀ ਥੋੜੀ ਵਿਕਟ ਹੈ। ਤੇ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 35 ਬਾਣੀ ਦੀ ਪੱਟੀ ਲਿਖਦੇ ਨੇ ਆਸਾ ਰਾਗ ਦੇ ਵਿੱਚ ਜੀ ਤੇ ਯਾਨੀ ਕਿ ਉਹ 35 ਅੱਖਰਾਂ ਬਾਰੇ ਡਿਸਕ੍ਰਿਪਸ਼ਨ ਦਿੰਦੇ ਨੇ ਮਹਾਰਾਜ ਜੀ ਤੇ ਮਹਾਰਾਜ ਸ਼ੁਰੂ ਸੱਸੇ ਤੋਂ ਕਰਦੇ ਆ। ਮਹਾਰਾਜ ਜਿਹੜਾ ਪਹਿਲਾ ਅੱਖਰ ਆ ਉਹ ਸੱਸਾ ਵਰਤਦੇ ਆ ਤੇ ਜਦੋਂ ਦੂਜੇ ਪਾਤਸ਼ਾਹ ਜੀ ਮਹਾਰਾਜ ਆਉਂਦੇ ਨੇ ਤੇ ਉਹ ਇਸ ਕ੍ਰਮ ਨੂੰ ਉਲਟਾ ਕਰਦੇ ਨੇ ਤੇ ਊੜਾ ਐੜਾ ਈੜੀ ਇਹ ਪਹਿਲੇ ਜਿਹੜੀਆਂ ਤਿੰਨ ਤੇ ਉਹਨੂੰ ਕੀ ਕਹਿੰਦੇ ਸਵਰ ਨੇ ਇਹ ਰੱਖਦੇ ਨੇ ਤੇ ਵਿਅੰਜਨ ਬਾਅਦ ਚ ਰੱਖਦੇ ਨੇ ਜੀ ਠੀਕ ਹੈ ਜੀ। ਇਦਾਂ ਥੋੜਾ ਸਮਾਂ ਚੇਂਜ ਹੁੰਦਾ ਰਿਹਾ। ਤੀਜੇ ਪਾਤਸ਼ਾਹ ਵੇਲੇ ਜਿਹਨੂੰ ਗੋਂਦਵਾਲ ਵਾਲੀ ਲਿਪੀ ਵੀ ਆਪਾਂ ਕਹਿੰਦੇ ਆ ਬਾਬਾ ਮੋਹਨ ਜੀ ਵਾਲੀਆਂ ਲਿਖਤਾਂ 'ਚ ਮਿਲਦੀ ਹੈ ਉਹ ਵੀ ਬੜੀ ਵਿਕਟ ਹੈ ਤੇ ਬੜੀ ਦਰਸ਼ਨਯੋਗ ਹੈ, ਉਹਦਾ ਸਰੂਪ ਅਲੱਗ ਹੈ। ਹੌਲੀ ਹੌਲੀ ਇਦਾਂ ਜਿਵੇਂ ਸਮਾਂ ਵੱਧਦਾ ਗਿਆ ਤੇ ਅੱਜ ਜੋ ਸਾਡੇ ਹੱਥ ਗੁਰਮੁਖੀ ਹੈ ਵੀ ਉਹ ਸਮੇਂ ਦੀ ਜਿਹੜੀ ਸਾਨੂੰ ਦੇਣ ਹੈ ਵੀ ਵੱਧਦੇ ਸਮੇਂ ਦੀ, ਜਿਵੇਂ ਹੁਣ ਅਸੀਂ ਵੀ ਅਪਡੇਟ ਹੋ ਗਏ ਆ ਤੇ ਉਸ ਤਰੀਕੇ ਨਾਲ ਭਾਸ਼ਾ ਵੀ ਥੋੜਾ ਰੂਪ ਚੇਂਜ ਕਰਕੇ ਸਾਡੇ ਤੱਕ ਆ ਗਈ। ਬਿਲਕੁਲ ਬਾਈ ਜੀ, ਜਿਵੇਂ ਪ੍ਰਿੰਟਿੰਗ ਦਾ ਜ਼ਮਾਨਾ ਹੈ ਜੀ ਗੁਰਬਾਣੀ ਜਾਂ ਫਿਰ ਮਹਾਰਾਜ ਦਾ ਜਿਹੜਾ ਸਰੂਪ ਹੈ ਪ੍ਰਿੰਟ ਵੀ ਹੋ ਰਿਹਾ ਹੈ ਜੀ ਇਹ 'ਚ ਤੁਸੀਂ ਕੀ ਫਰਕ ਸਮਝਦੇ ਹੋ? ਮਰਿਆਦਾ ਦਾ ਕੀ ਫਰਕ ਹੈ ਪ੍ਰਿੰਟਿੰਗ ਦੇ ਵਿੱਚ ਤੇ ਹਸਤ ਲਿਖਤ ਦੇ ਵਿੱਚ? ਇਹ ਹਾਂਜੀ ਇਹ ਬਾਬਾ ਜੀ ਇਹਦਾ ਦੇਖੋ ਇਹ ਜਿਹੜਾ ਕਾਰਨ ਹੈ ਕਿ ਮਹਾਰਾਜ ਦਾ ਤਾਂ ਜਿਹੜਾ ਸ਼ੁਰੂ ਤੋਂ ਹੁਕਮ ਹੀ ਹੈ ਵੀ ਹੱਥੀਂ ਲਿਖਣ ਦਾ ਜੀ ਹਨਾ ਜੀ। ਤੇ ਇੱਕ ਬੜੀ ਆਮ ਪੰਕਤੀ ਸਾਰੇ ਜਿਹੜੇ ਨੇ ਉਹ ਸੁਣਦੇ ਨੇ, ਆਪਾਂ ਕਈ ਵਾਰ ਦੱਸਿਆ ਵੀ ਅੱਗੇ ਵੀ ਹਨਾ, ਇਹ ਧੰਨ ਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਵੀ ਭਾਂਡਾ ਵੀ ਧੰਨ ਹੈ, ਕਾਗਜ਼ ਵੀ ਧੰਨ ਹੈ, ਕਲਮ ਵੀ ਧੰਨ ਹੈ ਤੇ ਸਿਆਹੀ ਵੀ ਧੰਨ ਹੈ। ਤੇ ਸਿਆਹੀ ਜਿਹੜੇ ਭਾਂਡੇ 'ਚ ਪਾਈ ਉਹ ਵੀ ਧੰਨ ਹੈ ਜਦੋਂ ਬਾਣੀ ਲਿਖਣੀ ਹੈ। ਧੰਨ ਭਾਂਡਾ ਧੰਨ ਮਸ ਧੰਨ ਲਿਖਾਰੀ ਨਾਨਕਾ, ਹੁਣ ਇੱਥੇ ਮਾਰੇ ਲਿਖਾਰੀ ਨੂੰ ਵੀ ਸੋਭਾ ਦਿੰਦੇ ਨੇ ਧੰਨ ਲਿਖਾਰੀ ਨਾਨਕਾ ਜਿਹਨੇ ਨਾਮ ਲਿਖਾਇਆ ਸੱਚ। ਤੇ ਹੁਣ ਇਹ ਪ੍ਰਿੰਟਿੰਗ ਪ੍ਰੈਸ ਵਾਲੀ ਮਸ਼ੀਨ ਤੇ ਤਾਂ ਇਹ ਗੱਲ ਲਾਗੂ ਨਹੀਂ ਹੋਣੀ। ਬਿਲਕੁਲ ਠੀਕ, ਉਹ ਤਾਂ ਮਸ਼ੀਨ ਹੈ ਇੱਕ। ਤੇ ਮੇਰੀ ਜਿਹੜੀ ਬੇਨਤੀ ਆ ਉਹ ਇਹੀ ਆ ਕਿ ਜਿਹੜੀ ਮਰਜ਼ਾਦਾ ਹੈ ਮਹਾਰਾਜ ਦੇ ਸਰੂਪਾਂ ਦੀ ਲੜੀਵਾਰ ਹੋਣੇ ਚਾਹੀਦੇ ਨੇ। ਜਿਵੇਂ ਪੁਰਾਣੇ ਵੇਲੇ ਸੀ ਵੀ ਟੁੱਟਵੇਂ ਅੱਖਰ ਨਹੀਂ ਹੁੰਦੇ ਠੀਕ ਹੈ ਜੀ, ਤੇ ਦੂਜਾ ਟੁੱਟਵੇਂ ਅੱਖਰ ਨਹੀਂ ਹੁੰਦੇ ਤੇ ਲੜੀਵਾਰ ਚੱਲਦੇ ਨੇ ਤੇ ਹੱਥੀਂ ਲਿਖੇ ਜਾਣੇ ਚਾਹੀਦੇ ਨੇ ਮਹਾਰਾਜ ਜੀਆਂ ਦੇ ਸਰੂਪ ਇੱਕ ਤਰਤੀਬ 'ਚ ਇੱਕ ਮਰਜ਼ਾਦਾ ਦੇ ਅਨੁਸਾਰ ਵੀ ਐਵੇਂ ਨਹੀਂ ਵੀ ਹਰ ਥਾਈਂ, ਲੇਕਿਨ ਮਰਜ਼ਾਦਾ ਅਨੁਸਾਰ ਵੀ ਜਿਹੜੀ ਮਹਾਰਾਜ ਦੇ ਸਰੂਪ ਹੱਥੀਂ ਲਿਖੇ ਜਾਣ ਤਾਂ ਜਿਹੜੀ ਬੜੇ ਪ੍ਰੇਮ ਪਿਆਰ ਦੇ ਨਾਲ ਸਿੱਖ ਸੰਗਤ ਉਹ ਤਿਆਰ ਕਰਵਾਵੇ। ਜਿਵੇਂ ਕਿ ਇੱਕ ਬੜੇ ਤਗੜੇ ਉਦਾਸੀ ਸਾਧੂ ਨੇ ਜੀ, ਮੈਨੂੰ ਉਹਨਾਂ ਦਾ ਨਾਮ ਵਿਸਰ ਰਿਹਾ ਹੈ, ਇਹ ਉਹ ਜਲੰਧਰ ਦੇ ਨੇ ਤੇ ਉਹਨਾਂ ਨੇ ਮੈਨੂੰ ਬਾਬਾ ਜੀ ਨੇ ਸਵਾਮੀ ਸ਼ਾਂਤਾਨੰਦ ਜੀ ਉਹਨਾਂ ਨੇ ਮੈਨੂੰ ਇਹ ਸਾਖੀ ਸੁਣਾਈ ਸੀਗੀ। ਉਦਾਸੀ ਸਾਧੂ ਨੇ ਬੜੇ ਤਗੜੇ ਵਿਦਵਾਨ ਨੇ ਜੀ, ਉਹ ਕਹਿੰਦੇ ਉਹਨਾਂ ਦੇ ਵੀ ਅੱਗੋਂ ਸੀਗੇ ਸਾਧੂ ਜਿਨ੍ਹਾਂ ਨੂੰ ਜਾਣਦੇ ਸੀ, ਬੜੀ ਪੁਰਾਣੀ ਗੱਲ ਹੈ। ਕਹਿੰਦੇ ਵੀ ਪੁਰਾਣੇ ਵੇਲੇ ਉਹ ਸਾਧੂ ਉਦਾਸੀ ਸੀ, ਧੂਣੇ ਤੇ ਬੈਠਦੇ ਸੀਗੇ ਤੇ ਕਹਿੰਦੇ ਪਿੰਡ ਦੀ ਸੰਗਤ ਉਹਨਾਂ ਕੋਲ ਆਈ ਇੱਕ ਇਲਾਕੇ ਦੀ ਤੇ ਕਹਿੰਦੇ ਬਾਬਾ ਜੀ ਵੀ ਅਸੀਂ ਗੁਰੂ ਘਰ ਤਿਆਰ ਕਰਾਉਣਾ ਹੈ ਪਿੰਡ ਦੇ ਵਿੱਚ ਤੇ ਤੁਸੀਂ ਸਾਨੂੰ ਮਹਾਰਾਜ ਜੀਆਂ ਦਾ ਸਰੂਪ ਲਿਖ ਕੇ ਦਿਓ। ਤੇ ਕਹਿੰਦੇ ਬਾਬਾ ਜੀ ਕਹਿੰਦੇ ਵੀ ਤੁਸੀਂ ਗੁਰੂ ਘਰ ਸ਼ੁਰੂ ਕਰੋ ਤੇ ਅਸੀਂ ਸਰੂਪ ਸ਼ੁਰੂ ਕਰਦੇ ਹਾਂ। ਤੇ ਬਾਬੇ ਆਪਣੀ ਕੁੱਲੀ 'ਚ ਧੂਣੇ ਤੇ ਬੈਠੇ ਨੇ ਤੇ ਸੰਗਤਾਂ ਨੇ ਗਰਾਹੀ ਕਰਕੇ, ਜਿੱਦਾਂ ਵੀ ਪੁਰਾਣੇ ਸਮਿਆਂ 'ਚ ਹਾੜੀ ਸੌਣੀ ਦੀ ਗਰਾਹੀ ਹੋਣੀ ਤੇ ਸਮਾਂ ਲੱਗਿਆ ਗੁਰੂ ਘਰ ਬਣਦਿਆਂ ਨੂੰ ਤੇ ਜਦੋਂ ਗੁਰੂ ਘਰ ਬਣਿਆ ਉਦੋਂ ਹੀ ਸਰੂਪ ਮਹਾਰਾਜ ਦਾ ਉਹਨਾਂ ਨੇ ਲਿਖ ਲਿਆ। ਸੋ ਪੁਰਾਣੇ ਵੇਲੇ ਤਾਂ ਐਂ ਹੁੰਦਾ ਸੀ ਵੀ ਜਿਹੜੇ ਸਾਧੂ ਸੰਤ ਨੇ, ਉਦਾਸੀ ਨੇ, ਨਿਰਮਲੇ ਨੇ, ਸੇਵਾ ਪੰਥੀ ਨੇ, ਇਹ ਸ਼ਾਖਾਵਾਂ ਜਿਹੜੀਆਂ ਸੀ ਗੁਰੂ ਘਰ ਦੀਆਂ ਇਹ ਇਕਨੋਲਜਮੈਂਟ ਵਾਲੀਆਂ ਸ਼ਾਖਾਵਾਂ ਸੀਗੀਆਂ ਜਿਨ੍ਹਾਂ ਕੋਲ ਬਾਣੀ ਦੀ ਲਿਖਤ ਪੜ੍ਹਤ ਦਾ ਕੰਮ ਤੇ ਗਿਆਨ ਦਾ ਕੰਮ ਹੁੰਦਾ ਸੀਗਾ। ਜਿਵੇਂ ਨਿਹੰਗ ਸਿੰਘ ਆਪਾਂ ਦੇਖਦੇ ਹਾਂ, ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਹੀ ਸ਼੍ਰੋਮਣੀ ਹੁੰਦੇ ਸੀਗੇ ਕਿਉਂਕਿ ਸਾਰਾ ਕੰਮ ਤਾਂ ਫੌਜ ਦੇ ਸਿਰ ਤੇ ਹੀ ਹੁੰਦਾ ਹੈ ਹਨਾ ਜੀ। ਬਿਲਕੁਲ। ਤੇ ਇਹ ਫੌਜਾਂ ਜਿਹੜੀਆਂ ਨੇ ਉਹ ਆਪ ਦਾ ਕੰਮ ਕਰਦੀਆਂ ਸੀਗੀਆਂ। ਜਿਹੜੇ ਨਿਰਮਲੇ ਉਦਾਸੀ ਸਿੱਖ ਸੀ ਉਹ ਗੁਰੂ ਘਰ ਦੇ ਵਿੱਚ ਇਕਨੋਲਜਮੈਂਟ ਦਾ ਲਿਖਾਈ ਪੜ੍ਹਾਈ ਦਾ ਕੰਮ ਕਰਦੇ ਸੀ। ਐ ਇੱਕ ਭਾਈਚਾਰਕ ਸਾਂਝ ਸੀ ਤੇ ਇੱਕ ਮਹਾਰਾਜ ਦੀ ਫਲਵਾੜੀ ਬੜੀ ਵੱਡੀ ਸੀ ਤੇ ਹੁਣ ਇਹ ਦੇਖਣ ਨੂੰ ਨਹੀਂ ਮਿਲਦੀ। ਇਹਨੂੰ ਸਾਂਭਣ ਲਈ ਯਤਨ ਤਾਂ ਹੋਣੇ ਚਾਹੀਦੇ ਨੇ ਜੀ, ਬਿਲਕੁਲ ਹੋਣੇ ਚਾਹੀਦੇ ਨੇ ਜੀ। ਤੇ ਜਿਵੇਂ ਤੁਸੀਂ ਕਿਹਾ ਵੀ ਦਾਦਾ ਜੀ ਵੀ ਇਸ ਚੀਜ਼ ਦੇ ਵਿੱਚ ਮਹਾਰਤ ਸੀ, ਤੁਸੀਂ ਵੀ ਲਿਖ ਰਹੇ ਹੋ ਜੀ।
ਪੰਥਕ ਤੌਰ ਤੇ ਜਾਂ ਕਿਸੇ ਧਿਰ ਨੇ ਹੁਣ ਤੱਕ ਅਪਰੋਚ ਕੀਤਾ ਹੋਵੇ ਕਿ ਤੁਹਾਡੀ ਸੇਵਾ ਲੈਣ ਦੇ ਲਈ ਕਿ ਇਹ ਨਹੀਂ ਬਾਬਾ ਜੀ, ਇਹ ਵੀ ਇਕੱਲੇ ਮੈਂ ਬਸ ਗੁਪਤ ਫੈਲੇ 'ਚ ਆਪਣਾ ਹੀ ਕੰਮ ਕਰ ਰਹੇ ਆ ਜੀ। ਤੇ ਇਹ ਏਦਾਂ ਹੀ ਚੱਲ ਰਿਹਾ ਹੈ। ਤੁਹਾਨੂੰ ਮੈਂ ਦਰਸ਼ਨ ਕਰਵਾਉਣਾ ਜੀ ਇੱਕ ਪੋਥੀਆਂ ਦੇ ਹੋਰ ਜਿਹੜੀਆਂ ਲਿਖੀਆਂ ਨੇ ਜੀ, ਇਹ ਤੁਸੀਂ ਦਰਸ਼ਨ ਕਰੋ। ਅੱਜ ਤੁਹਾਡੀ ਕੁਟੀਆ ਦੇ ਵਿੱਚ ਆਏ ਆ, ਤੁਸੀਂ ਇੱਥੇ ਕਰ ਰਹੇ ਸੀ ਤੇ ਘਰੇ ਤੁਸੀਂ ਪੂਰਾ ਮਰਿਆਦਾ ਨਾਲ ਬਣਾਇਆ ਹੋਇਆ। ਹਾਂਜੀ, ਘਰੇ ਫਿਰ ਜਦੋਂ ਵੱਡੇ ਗ੍ਰੰਥ ਲਿਖਣੇ ਹੁੰਦੇ ਨੇ ਜੀ, ਮੈਂ ਇੱਥੇ ਵੀ ਹੁੰਦਾ ਤੇ ਘਰੇ ਵੀ ਹੁੰਦਾ ਵਾ, ਤੇ ਵੀ ਕੁਝ ਸਮਾਂ ਇੱਥੇ ਵੀ ਰੱਖੀਦਾ ਹੈ ਤੇ ਘਰ ਵੀ ਜਿਵੇਂ ਆਸਣ ਵੱਡਾ ਲੱਗਿਆ ਹੋਇਆ ਜੀ। ਤੇ ਆਹ ਪੋਥੀ ਦੇ ਤੁਸੀਂ ਦਰਸ਼ਨ ਕਰੋ ਜੀ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ ਜੀ, ਮਾਰੂ ਰਾਗ ਦੇ ਵਿੱਚੋਂ। ਇਸ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ। ਇਹ ਪੋਥੀ ਸਾਹਿਬ ਜੀ ਦੇ ਇਹ ਲਿਖਣ ਸ਼ੈਲੀ ਇਹ ਪੁਰਾਣੀ, ਇਹਨੂੰ ਦਮਦਮੀ ਅੱਖਰ ਵੀ ਕਹਿ ਦਿੰਦੇ ਨੇ ਜੀ ਪੁਰਾਣੇ ਜੀ। ਤੇ ਇਹ ਲਿਖੇ ਜਾਂਦੇ ਸੀਗੇ ਜੀ। ਇਹ ਦਮਦਮਾ ਸਾਹਿਬ ਜਿਹੜੇ ਗਿਆਨੀ ਸਿੰਘ ਰਹਿੰਦੇ ਸੀਗੇ ਮਹਾਰਾਜ ਤੋਂ ਬਾਅਦ ਪੜਾਉਂਦੇ ਰਹੇ, ਇਹ ਅੱਖਰ ਉਹਨਾਂ ਦੀ ਬਣਤਰ ਸੀਗੀ ਜੀ। ਵੀ ਸਾਦੇ ਅੱਖਰ ਸਿੱਧੇ ਸਿੱਧੇ ਵੀ ਜਿਹੜੇ ਪੜ੍ਹਨੇ ਸੁਖਾਲੇ ਹੋਣ ਜੀ। ਜੀ ਤੇ ਲੜੀਵਾਰ ਇਹ ਉਹ ਅੱਖਰ ਨੇ ਜੀ। ਅੱਛਾ ਬਾਈ ਜੀ, ਜੇ ਕਿਸੇ ਨੇ ਤੁਹਾਡੇ ਕੋਲੋਂ ਇਹ ਸੇਵਾ ਲੈਣੀ ਹੋਵੇ, ਕੋਈ ਸੰਗਤ ਚਾਹਵਾਨ ਹੋਵੇ ਕਿ ਅਸੀਂ ਜਿਨ੍ਹਾਂ ਨੇ ਘਰੇ ਸਰੂਪ ਸਥਾਪਿਤ ਕੀਤੇ ਹੋਣਗੇ, ਜੀ ਸ਼ੋਭਿਤ ਕੀਤੇ ਹੋਣਗੇ, ਕਿ ਚਾਹੁੰਦੇ ਹੋਣ ਕਿ ਅਸੀਂ ਹਸਤ ਲਿਖਤ, ਕੀ ਤੁਸੀਂ ਇਹ ਸੇਵਾ ਨਿਭਾਉਂਦੇ ਹੋ ਜਾਂ ਫਿਰ ਕਿਵੇਂ? ਇਹ ਸੇਵਾ ਬਾਬਾ ਜੀ ਹਜੇ ਤਾਂ ਆਪਦੇ ਖਜ਼ਾਨੇ ਦੀ ਗ੍ਰੰਥ ਲਿਖ ਰਹੇ ਆ, ਤੇ ਪਰ ਮੇਰੀ ਉਦਾਂ ਜਿਹੜੀ ਮੇਰੀ ਦਿਲੀ ਇੱਛਾ ਹੈ, ਉਹ ਮੇਰੀ ਤਾਂ ਇਹ ਬੇਨਤੀ ਆ ਵੀ ਜਿਹੜੀ ਸਿੱਖ ਸੰਗਤ ਵੀ ਸੁਣ ਰਹੀ ਹੈ ਵੀ ਉਹ ਇਸ ਵਿਦਿਆ ਵੱਲ ਨੂੰ ਅਵੇਅਰ ਹੋਣ ਤੇ ਆਪ ਲਿਖਣ ਵੀ ਆਪ ਦੇ ਖਜ਼ਾਨੇ ਦੀਆਂ ਪੋਥੀਆਂ ਗ੍ਰੰਥ ਆਪ ਲਿਖਣ ਤੇ ਆਪ ਲਿਖੇ ਹੋਏ ਦੀ ਜਿਹੜੀ ਸਾਂਭ ਸੰਭਾਲ ਵੀ ਫਿਰ ਜਿਹੜੀ ਉਹ ਹੁੰਦੀ ਬੜੀ ਸ਼ਿੱਦਤ ਦੇ ਨਾਲ ਹੁੰਦੀ ਹੈ। ਤੇ ਬਾਕੀ ਬਾਣੀ ਲਿਖਣ ਤੋਂ ਵੱਡਾ ਤਾਂ ਕੋਈ ਕੰਮ ਹੀ ਨਹੀਂਗਾ ਨਾ, ਜੀਵਨ ਸਫਲ ਹੁੰਦਾ ਹੈ ਜੀ ਇਹਦੇ ਨਾਲ। ਕਿੱਥੇ ਤੁਸੀਂ ਬਾਣੀ ਤੇ ਲਿਖਾਰੀ ਨੂੰ ਧੰਨ ਕਹਿਤਾ ਨਾ ਜੀ, ਤੇ ਕਿੱਥੇ ਤੁਸੀਂ ਬਾਣੀ ਪੜ੍ਹਦੇ ਹੋ ਤੇ ਕਿੱਥੇ ਲਿਖਦੇ ਵੀ ਹੋ, ਉਹ ਉਨੀ ਤੁਹਾਡੇ ਅਸਲ ਦੇ ਵਿੱਚ ਕੀ ਹੈ ਕਿ ਅਸੀਂ ਜਿਹੜਾ ਰੌਲਾ ਪਾਇਆ ਹੋਇਆ ਹੁਣ ਵੀ ਪੰਥ ਬਿਖਰ ਗਿਆ, ਪੰਥ ਟੁੱਟ ਗਿਆ, ਪੰਥ ਤੇ ਆ ਹੋ ਗਿਆ, ਪੰਥ ਤੇ ਵੀ ਜਿਵੇਂ ਪੰਥ ਨੂੰ ਹੀ ਖਤਰਾ ਵਾ ਸਾਰਾ। ਤੇ ਇਹ ਨਹੀਂ ਕਹਿੰਦੇ ਵੀ ਖਤਰਾ ਤਾਂ ਆਪਦੀ ਹੋਂਦ ਨੂੰ ਆ, ਸਾਡੀਆਂ ਕੁਰਸੀਆਂ ਨੂੰ ਹੈ, ਤੇ ਵੀ ਪੰਥ ਨੂੰ ਤਾਂ ਕਦੇ ਖਤਰਾ ਰਿਹਾ ਹੀ ਨਹੀਂ। ਪੰਥ ਤਾਂ ਜਿਵੇਂ ਕਹਿ ਲਓ ਵੀ ਇਹ ਪੰਥ ਤਾਂ ਗੁਰੂ ਨਾਨਕ ਜੀ ਦਾ ਹੈ, ਬੂਟਾ ਜਿਹੜਾ ਹੋਇਆ ਹੀ ਗੁਰੂ ਨਾਨਕ ਜੀ ਦਾ। ਤੇ ਜਿਹਨੂੰ ਪਾਣੀ ਇਹ 10ਵੇਂ ਮਹਾਰਾਜ ਜੀ ਦੇ 4 ਪੁੱਤਾਂ ਦੇ ਲਹੂ ਦਾ ਪਿਆ ਹੋਵੇ, ਉਹ ਕਿਵੇਂ ਸੁੱਕ ਜੂਗਾ? ਉਹ ਨਹੀਂ ਸੁੱਕਦਾ। ਬਿਲਕੁਲ ਠੀਕ। ਉਹ ਸਾਡੀ ਜਿਹੜੀ ਹੈਗੀ ਵੀ ਨੈਗੇਟਿਵਿਟੀ ਹੈ। ਤੇ ਅਸਲ 'ਚ ਤੁਸੀਂ ਬਾਣੀ ਨੂੰ ਲਿਖੋ। ਤੁਸੀਂ ਜਦੋਂ ਬਾਣੀ ਨੂੰ ਲਿਖੋਗੇ ਤੁਸੀਂ ਆਪਣੀ ਧਰੋਹਰ ਦੇ ਨਾਲ ਜੁੜਦੇ ਹੋ। ਤੁਸੀਂ ਜਿਵੇਂ ਪੁਰਾਣੇ ਸਿੰਘ ਲਿਖਦੇ ਸੀਗੇ ਉਦਾਂ ਹੀ ਆਪ ਲਿਖੋ ਹੱਥੀਂ ਮਰਜ਼ਾਦਾ ਅਨੁਸਾਰ, ਤੇ ਤੁਸੀਂ ਆਪਦੀ ਜੜ ਦੇ ਨਾਲ ਹੋਰ ਜ਼ਿਆਦਾ ਜੁੜਦੇ ਆ। ਬਿਲਕੁਲ। ਤੇ ਤੁਹਾਨੂੰ ਕੋਈ ਕੌਣ ਕਿੱਦਾਂ ਤੋੜ ਦੂਗਾ? ਤੁਸੀਂ ਆਪਣੀ ਮਰਜ਼ਾਦਾ 'ਚ ਪੂਰੇ ਹੋਵੋ, ਸ਼ਸਤਰ ਵਿਦਿਆ ਦੇ ਧਨੀ ਹੋਵੋ, ਜਿਹੜਾ ਮਹਾਰਾਜ ਜੀ ਦਾ ਹੁਕਮ ਹੈ। ਬਾਣੀ ਆਪ ਲਿਖੋ, ਬਾਣੀ ਪੜ੍ਹੋ, ਆਪਣੇ ਤਿਆਰ ਬਰ ਤਿਆਰ ਰਹੋ ਪੈਰੇ 'ਚ, ਤਾਂ ਕੋਈ ਨੁਕਸਾਨ ਹੀ ਨਹੀਂਗਾ ਜੀ। ਸਾਨੂੰ ਕੋਈ ਕਿਵੇਂ ਮਾਰ ਦੂਗਾ? ਵੀ ਜਿਵੇਂ ਵੀ ਇੱਕ ਬੜੇ ਮੈਂ ਵਿਦਵਾਨ ਉਹਨਾਂ ਦਾ ਇੰਟਰਵਿਊ ਇਹ ਸੁਣਿਆ ਸੀ, ਮੈਨੂੰ ਨਾਂ ਭੁੱਲ ਰਿਹਾ ਉਹਨਾਂ ਦਾ, ਸਾਡੇ ਮਿੱਤਰਾਂ ਨੇ ਸੁਣਾਇਆ ਸੀਗਾ। ਤੇ ਉਹ ਕਹਿੰਦੇ ਸੀ ਪੰਜਾਬੀ ਭਾਸ਼ਾ ਤੇ ਸੀਗਾ, ਤੇ ਉਹ ਦੱਸਦੇ ਸੀਗੇ ਵੀ ਉਹ ਬੋਲ ਰਹੇ ਨੇ ਕਿ ਪੰਜਾਬੀ ਬੈਨ ਕਰ ਦਿੱਤੀ ਜਾ ਰਹੀ, ਸਕੂਲਾਂ 'ਚ ਬੋਲਣੀ ਨਹੀਂ ਦਿੱਤੀ ਜਾ ਰਹੀ। ਤੇ ਉਹ ਕਹਿੰਦੇ ਵੀ ਅਸੀਂ ਤਾਂ ਵੀ ਘਰਾਂ 'ਚ ਹੀ ਨਹੀਂ ਬੋਲ ਰਹੇ, ਵੀ ਜੇ ਮੈਂ ਬੋਲ ਰਿਹਾ ਪੰਜਾਬੀ ਮੈਨੂੰ ਕੋਈ ਨਹੀਂ ਰੋਕ ਰਿਹਾ ਜੀ, ਮੈਂ ਬੋਲਦਾ, ਮੈਨੂੰ ਕੋਈ ਕਿੱਦਾਂ ਹਟਾ ਦੂਗਾ? ਅਸੀਂ ਆਪ ਖੁਦ ਨਹੀਂ ਬੋਲਣਾ ਚਾਹ ਰਹੇ, ਅਸੀਂ ਆਪ ਖੁਦ ਗਰੇਜ਼ ਕਰਦੇ ਹਾਂ ਕਿ ਅਸੀਂ ਅਗਰ ਪੰਜਾਬੀ ਬੋਲਾਂਗੇ, ਪੰਜਾਬੀ ਲਿਖਾਂਗੇ ਤਾਂ ਪਤਾ ਨਹੀਂ ਸਾਨੂੰ ਕੀ ਜਾਹਿਲ ਸਮਝਿਆ ਜਾਊਗਾ, ਗਵਾਰ ਸਮਝਿਆ ਜਾਊਗਾ। ਆਪਦੀ ਮਾਂ ਬੋਲੀ ਨੂੰ ਬੋਲਣ ਲੱਗਿਆ, ਮਾਂ ਤਾਂ ਇੱਕ ਦੂਰ ਦੀ ਗੱਲ ਹੈ ਜੀ, ਮੈਂ ਟਿੱਪਣੀ ਨਹੀਂ ਕਰ ਰਿਹਾ, ਪਰ ਇਸ ਦਾ ਨਾਮ ਹੈ ਗੁਰਮੁਖੀ। ਇਹ ਮਾਂ ਤੋਂ ਵੀ ਪਹਿਲਾਂ ਗੁਰੂਆਂ ਦੀ ਹੈ। ਇਹ 'ਚ ਸਾਡੇ ਗੁਰੂ ਨਾਨਕ ਜੀ ਨੇ ਬਾਣੀ ਉਚਾਰੀ ਹੈ। ਇਹਦੇ ਵਿੱਚ 10 ਪਾਤਸ਼ਾਹੀਆਂ ਨੇ ਬਾਣੀ ਉਚਾਰੀ ਹੈ, ਸਾਡੇ ਅਨੇਕ ਸਿੰਘਾਂ ਨੇ 'ਚ ਬਾਣੀ ਉਚਾਰੀ ਹੈ। ਸਾਡਾ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਭਾਖਾ ਦੇ ਵਿੱਚ ਹੈ, ਤੇ ਕਿਵੇਂ ਕੋਈ ਗੁਰਮੁਖੀ ਖਤਮ ਕਰ ਦੂਗਾ? ਉਹ ਤਾਂ ਅਸੀਂ ਨਹੀਂ ਪੜ੍ਹਦੇ ਪਏ, ਸਾਡੀ ਕਾਣ ਹੈ ਜੀ। ਬਿਲਕੁਲ ਠੀਕ। ਜਦੋਂ ਤੱਕ ਗੁਰੂ ਮਹਾਰਾਜ ਜੀ ਦਾ ਸਰੂਪ ਦੁਨੀਆ ਤੇ ਪ੍ਰਕਾਸ਼ ਰਹੇਗਾ, ਗੁਰਮੁਖੀ ਰਹੇਗੀ। ਸਾਨੂੰ ਨਹੀਂ ਪੜ੍ਹਨੀ ਆ ਰਹੀ ਤਾਂ ਗੱਲ ਵੱਖਰੀ ਹੈ, ਹਨਾ ਜੀ। ਅਸੀਂ ਇਸ ਚੀਜ਼ ਵੱਲ ਅਵੇਅਰ ਹੋਈਏ ਕਿ ਅਸੀਂ ਪੜ੍ਹਨਾ ਸ਼ੁਰੂ ਕਰੀਏ, ਲਿਖਣਾ ਸ਼ੁਰੂ ਕਰੀਏ, ਇਹਨੂੰ ਸਿੱਖੀਏ, ਆਪ ਮੁਹਾਰੇ ਨਾਲ ਕੰਮ ਕਰੀਏ। ਜੇ ਤੁਹਾਡੇ ਕੋਲੇ ਵੀਡੀਓ ਦੇਖ ਕੇ ਕੋਈ ਸਿੱਖਣ ਦਾ ਮਨ ਬਣਾਉਂਦਾ ਹੈ, ਜ਼ਰੂਰ ਜੀ, ਕੀ ਤੁਸੀਂ ਉਹਨਾਂ ਨੂੰ ਸਿਖਾਓਗੇ? ਹਾਂਜੀ ਜ਼ਰੂਰ ਜੀ, ਮੈਂ ਤਾਂ ਕਹਿੰਦਾ ਜੀ ਸਿੱਖਣ, ਤੇ ਇਹ ਜਿਹੜੀ ਵਿਦਿਆ ਅੱਗੇ ਨੂੰ ਹੋਰ ਚੱਲੇ। ਤੇ ਕਿਉਂਕਿ ਬਾਬਾ ਜੀ ਜੇ ਬਿਨਾਂ ਸਿੱਖਿਆ ਆਪਾਂ ਲਿਖਦੇ ਤਾਂ ਇਹ ਵੀ ਨੁਕਸਾਨ ਵੀ ਇਹ ਵੀ ਸੁਣ ਲਈਏ ਕਿ ਅੱਜ ਅਸੀਂ ਬਿਨਾਂ ਸਿਰਫ ਜਜ਼ਬੇ ਦੇ ਵਿੱਚ, ਬਿਨਾਂ ਸਿੱਖਿਆ, ਬਿਨਾਂ ਇਸ ਚੀਜ਼ ਨੂੰ ਸਮਝਿਆ ਲਿਖਣਾ ਲੱਗ ਪਈਏ, ਤਾਂ ਕੱਲ ਨੂੰ ਬਾਬਾ ਜੀ ਉਹ 100-200 ਸਾਲ ਬਾਅਦ ਹਿਸਟੋਰੀਕਲ ਐਵੀਡੈਂਸ ਬਣ ਜਾਣੇ ਨੇ। ਜਿਵੇਂ ਅੱਜ ਸਾਡੇ ਕੋਲ ਮਹਾਰਾਜ ਜੀਆਂ ਦੀਆਂ ਹੱਥ ਲਿਖਤਾਂ, ਸਿੰਘਾਂ ਦੀਆਂ ਹੱਥ ਲਿਖਤਾਂ ਨੇ, ਹਿਸਟੋਰੀਕਲ ਐਵੀਡੈਂਸ ਨੇ ਇੱਕ ਤਰ੍ਹਾਂ ਸਾਡੇ ਕੋਲ, ਤੇ ਇਹ ਇਤਿਹਾਸ ਹੁੰਦਾ ਹੈ। ਤੇ ਜੋ ਅੱਜ ਤੁਸੀਂ ਲਿਖੋਗੇ ਕੱਲ ਇਤਿਹਾਸ ਬਣੇਗਾ।
ਬਿਲਕੁਲ ਠੀਕ। ਤੇ ਜੇ ਤੁਸੀਂ ਅੱਜ ਕਹਿ ਲਓ ਵੀ ਸਿੱਧੇ ਭਾਖੰਡ ਦੇ ਵਿੱਚ ਵੀ ਕਮਲ ਮਾਰੋਗੇ ਤਾਂ ਆਉਣ ਵਾਲਿਆਂ ਨੂੰ ਤੰਗ ਕਰੂਗਾ ਉਹ। ਬਿਲਕੁਲ ਠੀਕ। ਜਿਵੇਂ ਕਿ ਇੱਕ ਬਾਣੀ ਪੜ੍ਹਨੀ ਇੱਕ ਸੰਥਿਆ ਦਾ ਵਿਸ਼ਾ ਹੁੰਦਾ ਹੈ ਵੀ ਜਿਹਨੂੰ ਬਾਣੀ ਪੜ੍ਹਾਈ ਜਾਂਦੀ ਹੈ ਤੇ ਉਹ ਸ਼ੁੱਧ ਕਹਿਣ ਦਾ ਭਾਵ ਕਿ ਬਾਣੀ ਦੇ ਅੱਖਰਾਂ ਦੀ ਸਮਝ ਸਹੀ ਤਰੀਕੇ ਨਾਲ ਪੜ੍ਹਦਾ ਹੈ। ਫਿਰ ਇੱਕ ਗਵਈਆ ਰਾਗ ਵਿਦਿਆ ਸਿੱਖਦਾ ਹੈ, ਇੱਕ ਬੇਸੁਰੇ 'ਚ ਤੇ ਇੱਕ ਸਿੱਖੇ ਹੋਏ ਗਵਈਏ 'ਚ ਗਾਉਣ 'ਚ ਅੰਤਰ ਹੈ ਨਾ। ਬਹੁਤ ਅੰਤਰ ਹੈ। ਇਸੇ ਤਰ੍ਹਾਂ ਹੀ ਬਾਣੀ ਨੂੰ ਲਿਖਣ ਦੀ ਵੀ ਇੱਕ ਸਮਝ ਹੈ ਜੀ, ਸੰਥਿਆ ਹੈ ਵੀ ਇੱਕ ਵੀ ਇੱਕ ਸਿੱਖਿਆ ਹੋਇਆ ਪਰੰਪਰਾਰਿਕ ਤੌਰ ਤੇ ਲਿਖਦਾ ਹੈ, ਇੱਕ ਆਪ ਮੁਹਾਰੇ ਕੰਮ ਕਰਦਾ ਹੈ। ਫਰਕ ਹੁੰਦਾ ਦੋਹਾਂ ਦੇ ਵਿੱਚ। ਇਹ ਸਮਝਣਾ ਚਾਹੀਦਾ ਸਾਨੂੰ ਵੀ ਸਾਨੂੰ ਸਿੱਖਣਾ ਚਾਹੀਦਾ, ਅਵੇਅਰ ਹੋਣਾ ਚਾਹੀਦਾ ਜੀ ਇਹਦੇ ਇਸ ਚੀਜ਼ ਪ੍ਰਤੀ। ਬਹੁਤ ਬਹੁਤ ਧੰਨਵਾਦ ਬਾਈ ਜੀ, ਤੁਸੀਂ ਗੱਲਬਾਤ ਕੀਤੀ। ਜੀ ਜੀ ਮਹਾਰਾਜ ਜੀ। ਸੋ ਅੱਖਰ ਨਾਲ ਜੁੜੇ ਸੀ ਤੁਸੀਂ, ਕੋਸ਼ਿਸ਼ ਸੀਗੀ ਕਿ ਤੁਹਾਨੂੰ ਕੁਝ ਵੱਖਰਾ ਦਿਖਾਇਆ ਜਾਵੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ। ਜਿਹੜਾ ਮੈਸੇਜ ਬਾਈ ਜੀ ਨੇ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਪਣੀ ਲਿਪੀ ਨਾਲ ਜੁੜੀਏ, ਅਸੀਂ ਇਹਨੂੰ ਲਿਖੀਏ, ਆਪ ਕੋਸ਼ਿਸ਼ ਕਰੀਏ, ਸ਼ਾਇਦ ਤੁਹਾਡਾ ਮਨ ਕਰੇਗਾ ਤੇ ਤੁਸੀਂ ਬਾਈ ਹੋਰਾਂ ਕੋਲ ਸਿੱਖਣ ਵੀ ਆ ਸਕਦੇ ਹੋ ਜੀ। ਇਹ ਇੱਕ ਹੋਰ ਬੇਨਤੀ ਵੀ ਜਿੰਨੇ ਸਿੰਘ ਰਹਿ ਰਹੇ ਨੇ ਘਰਾਂ 'ਚ ਵੀ ਸਰੂਪ ਜਾਂ ਬਾਣੀ ਲਿਖਣੀ ਇੱਕ ਲਹਿਦਾ ਗੱਲ ਹੈ ਵੀ ਘੱਟੋ ਘੱਟ ਪਹਿਲਾਂ 35 ਅੱਖਰੀ ਲਿਖਣੀ ਸ਼ੁਰੂ ਕਰਨ ਘਰੇ। ਗੁਰਮੁਖੀ ਲਿਖਣੀ ਤੇ ਬੋਲਣੀ ਸਿੱਖਣ। ਬਹੁਤਾਂਤ ਆਪਣੇ ਹੁਣ ਦੇ ਨੌਜਵਾਨ ਨੇ ਵੀ ਜਿਹੜੇ ਗੁਰਮੁਖੀ ਦੇ ਕਈ ਅੱਖਰਾਂ ਦਾ ਉਚਾਰਨ ਨਹੀਂ ਸਹੀ ਕਰ ਪਾ ਰਹੇ। ਬਿਲਕੁਲ ਠੀਕ ਹੈ ਨਾ ਜੀ ਵੀ 35 ਲਿਖਣ, ਕਿਉਂਕਿ 35 ਨੂੰ ਵੀ ਬੜਾ ਵੱਡਾ ਦਰਜਾ ਦਿੱਤਾ ਜਾਂਦਾ। ਸਾਡੇ ਤਾਂ ਜਿਹੜੇ ਸਾਡੇ ਇੱਕ ਉਸਤਾਦ ਵੀ ਜੀ ਨੇ ਬਾਬਾ ਮੇਵਾ ਸਿੰਘ ਜੀ ਬੁੱਢਾ ਦਲ ਵਾਲੇ, ਉਹ ਤਾਂ ਸਾਨੂੰ ਅਖਬਾਰ ਦੇ ਉੱਤੇ ਜੀ ਜਿਵੇਂ ਆਪਾਂ ਅਖਬਾਰਾਂ 'ਚ ਰੋਟੀਆਂ ਲਪੇਟ ਲੈਂਦੇ, ਉਹ ਤਾਂ ਸਾਨੂੰ ਉਹ ਵੀ ਨਹੀਂ ਲਪੇਟਣ ਦਿੰਦੇ ਵੀ ਇੱਥੇ ਗੁਰਮੁਖੀ ਲਿਖੀ ਹੈ। ਇੰਨੀ ਜ਼ਿਆਦਾ ਉਹ ਗੁਰਮੁਖੀ ਅੱਖਰਾਂ ਦੀ ਕਦਰ ਕਰਦੇ ਨੇ, ਸੇਵਾ ਕਰਦੇ ਨੇ ਵੀ ਥੱਲੇ ਨਾ ਡਿੱਗਣ ਜੀ, ਹਨਾ। ਸੋ ਸਾਨੂੰ ਚਾਹੀਦਾ ਵੀ ਜਿਹੜੀ ਸੰਗਤ ਸੁਣ ਰਹੀ ਹੈ ਵੀ ਘਰੇ ਅਭਿਆਸ ਸ਼ੁਰੂ ਕਰਨ ਕਲਮਾਂ, ਕਿਉਂਕਿ ਸਾਡੇ ਇੰਨੇ ਹਜੇ ਸਾਡੇ 'ਚ ਵਕਫਾ ਨਹੀਂ ਆਇਆ। ਸਾਡੇ ਬਜ਼ੁਰਗ ਕਲਮਾਂ ਨਾਲ ਲਿਖਦੇ ਰਹੇ ਨੇ, ਆਪਣੇ ਦਾਦਿਆਂ ਕੋਲੋਂ, ਬਜ਼ੁਰਗਾਂ ਕੋਲੋਂ, ਆਪਣੇ ਪਿਤਾ ਜੀਆਂ ਕੋਲੋਂ ਕਲਮਾਂ ਬਣਵਾਓ ਘਰੇ। ਸਿਆਹੀਆਂ ਬਾਜ਼ਾਰਾਂ 'ਚੋਂ ਲੈ ਕੇ ਆਓ ਜਿਹੜੀਆਂ ਆਮ ਮਿਲ ਜਾਂਦੀਆਂ ਨੇ ਕੇਰਾਂ, ਤੇ ਘਰੇ ਲਿਆ ਕੇ ਅਭਿਆਸ ਕਰਨਾ ਸ਼ੁਰੂ ਕਰੋ। ਵੀ ਕਲਮ ਦੇ ਨਾਲ ਲਿਖਣਾ ਸ਼ੁਰੂ ਕਰੋ। ਪਹਿਲਾਂ ਕਲਮ ਦੇ ਨਾਲ ਯਾਰੀ ਦੋਸਤੀ ਲਾਓ ਤੇ ਫੇਰ ਅੱਗੇ ਚੱਲੀਏ। ਹਾਂਜੀ ਬਿਲਕੁਲ। ਸੋ ਇਜਾਜ਼ਤ ਦਿਓ, ਧੰਨਵਾਦ।